उसके बावजूद उस वक्त हुक्मराना ने अपने अहंकार और मुख रखते हुए उन्होंने निकिया जिंदा ये दे के शहीद किया। और उस शहादत का ये असर होया कि पूरा जनमानस जो कि मुगलिया सल्तनत के शुरुआत में दबाया सी उनके बड़ा रोष प्रकट होया। और उस बाद और अफसोस की गल यह है कि ये महान ऐतिहासिक साका ये विरासत जो है वो किस गुवाहाटी जा रही है। आज वो लोग है ऐसे अपने इतिहास में याद करिए और रूप होइए क्योंकि वो कौमां जिंदा रहिंदियां हन जिहड़ा अपने इतिहास को संभालदियां हन उन्होंने चेते रखदियां हन। इतिहास इस वास्ते नहीं याद किया जाता कि असीं उस दुख भरे साके नूं याद कर करके रोइए या दुखी होइए। इतिहास इस वास्ते दोहराया जाता है ताकि असीं वो कुर्बानियां याद रखिए, उस वाक़े याद रखिए ताकि असीं आने वाले समय के अजिहियां औकड़ां का सामना कर सकते। तो इस साल मुख रखते हुए आज एक उपराला किया गया है गुरु प्यार के नाल रूप होंदा चौपाई गगनदीप सिंह की दिल्ली वाले आप महान ऐतिहासिक साके के बारे जानकारी दी। मैं बेनती करूँगा भाई साहब भाई गगनदीप सिंह कि वो संतान इस ऐतिहासिक साके के ऊपर रूप भाई साहब भाई गगनदीप सिंह वाहिगुरू जी का खालसा वाहिगुरू जी की फतेह। सतनाम श्री वाहिगुरु साहिब जी। जिस प्यारे स्यों ने तिस आगे मर चलिया त्रिग जीवन संसार तांकै पाछै जीवना जो तो प्रेम खेलन का चाओ सिर धर तली गली मेरी आओ। इत मार्ग पैर तरीजै सिर दीजै कान ना कीजै बेशुमार अथाह अगनत अतोलै। ज्यों बुलावो त्यों नानक दास बोलै। सतगुरु गरीब निवाज हाजरा हजूर ज़ाहरा ज़हूर सर्व कला समरथ बाणी दे अगमी सागर कलयुगी जहाज सरवरे कायनात वालिए कुलालम दसां गुरां दी जागदी जोत धन धन सतगुरु श्री गुरु ग्रंथ साहिब जियां दी पावन पवित्र गोद दा रंग रस माण रहे गुरु प्यारिओ।
ਸ਼ਹੀਦੀ ਸਾਕਾ ਇਹ ਬਿਰਤਾਂਤ ਆਪ ਜੀ ਦੇ ਸਨਮੁਖ ਰੱਖਾਂ। ਸਭ ਤੋਂ ਪਹਿਲਾਂ ਉਹ ਫਤਿਹ ਗਜਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਸਾਹਿਬ ਦੀ ਵਾਰ ਪੜ੍ਹਦੇ ਦਿਲ ਵਲੂੰਦਰਿਆ ਜਾਂਦਾ ਹੈ ਜਦੋਂ ਲਿਖਦੇ ਹਨ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਉਹ ਕਹਿੰਦੇ ਨੇ ਸ਼ਹੀਦ ਕੌਣ ਹੈ? ਸ਼ਹੀਦ ਉਹ ਹੈ ਜਿਸ ਦੇ ਵਿੱਚ 2 ਗੁਣ ਹਨ ਤੇ 2 ਔਗਣ ਨਹੀਂ ਹਨ। ਸਾਬਰ ਸਿਦਕ ਸ਼ਹੀਦ, ਜਿਸ ਵਿੱਚ ਸਬਰ ਹੈ, ਸੰਤੋਖ ਹੈ, ਜਿਸ ਵਿੱਚ ਸਿਦਕ ਹੈ। ਸਿਦਕ ਕੈਸਾ ਕਿ ਰੇਜ਼ਾ ਰੇਜ਼ਾ ਵੀ ਸ਼ਰੀਰ ਹੋ ਜਾਏ, ਬੰਦ ਬੰਦ ਵੀ ਕੱਟਿਆ ਜਾਏ, ਆਰੇ ਨਾਲ ਦੁਫਾੜਿਆ ਵੀ ਜਾਏ, ਇੱਥੇ ਤੱਕ ਕਹਿ ਦੇਵਾਂ ਨੀਹਾਂ ਵਿੱਚ ਵੀ ਚਿਣ ਦਿੱਤਾ ਜਾਏ, ਤਾਂ ਵੀ ਨਾ ਡੋਲੇ। ਸਿਦਕ ਉਹ ਹੈ। ਸਬਰ ਇਤਨਾ ਹੈ ਕਿ 8 ਮਹੀਨੇ ਕਿਲੇ ਨੂੰ ਘੇਰਾ ਪਿਆ ਰਹੇ, ਖਾਣ ਪੀਣ ਦਾ ਸਾਜ਼ੋ ਸਮਾਨ ਵੀ ਨਾ ਦਿੱਤਾ ਜਾਵੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼ ਵਾਲੀ ਅਵਸਥਾ ਵੀ ਹੋਵੇ, ਤਾਂ ਵੀ ਕਹਿ ਦੇਣਾ ਖੁਦਾਵੰਦ ਬਖਸ਼ਣ ਦਈ ਹੈ ਸ਼ਰਸ਼, ਮੇਰੇ ਹਿਰਦੇ ਵਿੱਚ ਖੁਦਾ ਹੈ, ਸੰਤੋਖ ਐਸਾ ਹੋਵੇ। ਇੱਕ ਵਿਚਾਰ ਤੋਂ ਗੱਲ ਸ਼ੁਰੂ ਕਰਾਂ। ਅਕਸਰ ਇਸ ਹਫ਼ਤੇ ਨੂੰ ਮਨਾਉਂਦੇ ਹੋਏ ਅਸੀਂ ਬੜੇ ਭਾਵੁਕ ਹੋ ਜਾਂਦੇ ਹਾਂ, ਬਹੁਤ ਭਾਵੁਕ। ਹੁਣੇ ਪ੍ਰਧਾਨ ਸਾਹਿਬ ਵੀ ਕਹਿੰਦੇ ਸਨ, ਹਫ਼ਤੇ ਕੇਵਲ ਰੋਣ ਧੋਣ ਲਈ ਨਹੀਂ ਮਨਾਣੇ। 3 ਕਾਰਨਾਂ ਕਰਕੇ ਅੱਖਾਂ ਤੋਂ ਅਥਰੂ ਆਉਂਦੇ ਨੇ। 3 ਕਾਰਨ। ਪਹਿਲਾ ਦੁੱਖ, ਦੂਸਰਾ ਖੁਸ਼ੀ, ਤੀਸਰਾ ਵੈਰਾਗ। ਇਹ ਜਿਹੜੇ ਅਥਰੂ ਆਣ, ਇਹ ਨਾ ਦੁੱਖ ਦੇ ਹੋਣ, ਸੁੱਖ ਦੇ ਤੇ ਹੋ ਹੀ ਨਹੀਂ ਸਕਦੇ, ਵੈਰਾਗ ਦੇ ਹੋਣ। ਬਿਰਹਾ ਬਿਰਹਾ ਕਿਆ ਕਰਹਿ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਇਤਿਹਾਸ ਲਾਸਾਨੀ ਸ਼ਹਾਦਤਾਂ ਐਸੀਆਂ ਕਿ ਬੋਲਦੇ ਹੋਏ ਕੰਠ ਰੁਕ ਜਾਂਦਾ ਹੈ, ਸੁਣਦੇ ਹੋਏ ਅੱਖਾਂ ਭਿੱਜ ਜਾਂਦੀਆਂ, ਸਫ਼ਰ ਦੀ ਝਾਤ ਮਾਰਦੇ ਹੋਏ ਹੱਥ ਪੈਰ ਕੰਬਣੇ ਸ਼ੁਰੂ ਕਰ ਜਾਂਦੇ ਹਨ। ਪਰ ਮੈਂ ਪੁੱਛ ਲਵਾਂ ਸਾਹਿਬਜ਼ਾਦਿਆਂ ਤੋਂ, ਮਾਤਾ ਗੁਜਰ ਕੌਰ ਤੋਂ, ਤਮਾਮ ਸਿੰਘ ਸ਼ਹੀਦਾਂ ਤੋਂ, ਕਿ ਤੁਹਾਡੇ ਪੈਰ ਕੰਬੇ, ਤੁਹਾਡੀ ਅੱਖਾਂ 'ਚੋਂ ਅਥਰੂ ਆਏ ਜਾਂ ਤੁਹਾਡਾ ਕੰਠ ਰੋਇਆ? ਤੇ ਉਹ ਕਹਿਣਗੇ ਕੰਠ ਕਿਉਂ ਰੋਂਦਾ? ਅਸੀਂ ਤਾਂ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ, ਅਸੀਂ ਤਾਂ ਮਰਨਾ ਪਹਿਲੇ ਕਬੂਲ ਕਰ ਚੁੱਕੇ ਸੀ। ਮੈਨੂੰ ਹੁਕਮ ਲਾਇਆ ਪ੍ਰਬੰਧਕਾਂ ਨੇ ਕਿ ਵੱਡੇ ਸਾਹਿਬਜ਼ਾਦਿਆਂ ਦਾ ਵੀ ਇਤਿਹਾਸ ਤੇ ਛੋਟਿਆਂ ਦਾ ਵੀ ਸੁਣਾ ਦਿਓ। ਅੱਜ 27 ਤਰੀਕ 13 ਪੋਹ ਦਾ ਦਿਨ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ। ਅੱਜ ਦੇ ਦਿਨ ਛੋਟੇ, ਵਾਹਿਗੁਰੂ ਕਿਰਪਾ ਕਰਨ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਹਾੜਾ ਹੈ। ਇਤਿਹਾਸ ਬਹੁਤ ਲੰਮੇਰਾ ਹੈ, ਬਹੁਤ ਲੰਮੇਰਾ ਹੈ, ਸਮਾਂ ਬਹੁਤ ਥੋੜਾ ਹੈ। ਪੰਛੀ ਝਾਤ ਚਲਾਂਗੇ, ਟੂਕ ਮਾਤਰ ਇਤਿਹਾਸ ਸਰਵਣ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਇਸ ਇਤਿਹਾਸ ਤੋਂ ਅਸੀਂ ਆਪਣੇ ਜੀਵਨ ਵਿੱਚ ਕੀ ਸਿੱਖਿਆ। 300-400 ਸਾਲ ਪਹਿਲੇ ਸ਼ਹੀਦੀ ਉਹ ਪਾ ਗਏ ਨੇ, ਅੱਜ ਉਸ ਸ਼ਹੀਦੀ ਦਾ ਕੀ ਮਹੱਤਵ ਹੈ, ਅੱਜ ਮੈਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਕੀ ਲੈ ਕੇ ਜਾ ਰਿਹਾ, ਇਹ ਲਿਖ ਕੇ ਜੇਬ ਵਿੱਚ ਪਾ ਕੇ ਅਕਲ ਵਿੱਚ ਬੰਨ੍ਹ ਕੇ ਤੇ ਘਰ ਤੱਕ ਲੈ ਕੇ ਜਾਣਾ ਹੈ। ਅਕਸਰ ਅਸੀਂ ਗੁਰੂ ਦੀ ਗੱਲਾਂ ਦਹਿਲੀਜ਼ ਤੱਕ ਹੀ ਛੋੜ ਜਾਂਦੇ ਹਾਂ। ਇੱਕ ਦ੍ਰਿਸ਼ਟਾਂਤ ਸੁਣਾਵਾਂ, ਗੱਲ ਜ਼ਿਆਦਾ ਪਕੜ ਵਿੱਚ ਆਵੇਗੀ ਤੇ ਸਮਝ ਆਵੇਗਾ ਸ਼ਹੀਦੀ ਦਿਹਾੜੇ ਕਿਉਂ ਮਨਾਣੇ ਨੇ ਤੇ ਕੈਸੇ ਮਨਾਣੇ ਨੇ। ਭਾਈ ਸੁਥਰਾ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਉਹ ਲੜਕਾ ਹੈ ਜਿਸ ਨੂੰ ਗੁਰੂ ਸਾਹਿਬ ਨੇ ਕੂੜੇ ਦੇ ਢੇਰ 'ਚੋਂ ਚੁੱਕਿਆ ਸੀ ਤੇ ਪਾਲ ਕੇ ਆਪਣਾ ਲੜਕਾ ਹੋਣ ਦਾ ਖਿਤਾਬ ਬਖਸ਼ਿਆ ਸੀ। ਸੁਥਰਾ ਸ਼ਾਹ। ਸਿੱਖ ਜਾ ਰਹੇ ਹਨ ਸੈਨਾ ਨਾਲ, ਗੁਰੂ ਹਰਗੋਬਿੰਦ ਸਾਹਿਬ ਨੇ 6ਵੇਂ ਪਾਤਸ਼ਾਹ, ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕੋਈ ਰੋਂਦਾ ਬੱਚਾ ਦਿਖ ਰਿਹਾ, ਦੇਖੋ ਹਾਂ ਕੌਣ ਹੈ। ਕੂੜੇ ਦੇ ਢੇਰ 'ਚ ਦੇਖਦੇ ਨੇ ਇੱਕ ਬਹੁਤ ਕਰੂਪ ਬੱਚਾ ਜਿਸ ਦੇ ਦੰਦ ਵੀ ਬਾਹਰ ਨੇ, ਕਾਲਾ ਹੈ ਔਰ ਬਹੁਤ ਕਰੂਪ ਹੈ, ਵਿੰਗਾ ਵੀ ਹੈ। ਗੁਰੂ ਸਾਹਿਬ ਬੜਾ ਕਰੂਪ ਬੱਚਾ ਪੈਦਾ ਹੋਇਆ ਕਿਸੇ ਦਾ, ਤਾਂ ਹੀ ਲੱਗਦਾ ਕੋਈ ਸੁੱਟ ਗਿਆ ਹੈ। ਗੁਰੂ ਸਾਹਿਬ ਕਹਿੰਦੇ ਲੈ ਆਓ, ਸੁਥਰਾ ਹੋਵੇਗਾ। ਨਾਮ ਹੀ ਪੈ ਗਿਆ ਸੁਥਰਾ। ਗੁਰੂ ਸਾਹਿਬ ਨੇ ਸੁਥਰੇ ਨੂੰ ਆਪ ਪਾਲਿਆ,
ਵੱਡਾ ਹੋਇਆ, ਸੁਥਰਾ ਬਹੁਤ ਵੱਡਾ ਪ੍ਰਚਾਰਕ ਬਣਿਆ ਸਿੱਖ ਪੰਥ ਦਾ। ਪਰ ਸੁਥਰੇ ਸ਼ਾਹ ਦਾ ਇੱਕ ਤਰੀਕਾ ਅਲੱਗ ਸੀ ਪ੍ਰਚਾਰ ਕਰਨ ਦਾ। ਕੀ? ਉਹ ਸੰਗਤ ਵਿੱਚ ਆ ਕੇ ਗਾਲਾਂ ਕੱਢ ਜਾਂਦੇ ਸੀ ਲੋਕਾਂ ਨੂੰ। ਕਦੀ ਪਿੱਛੇ ਬੈਠੇ ਕਿਸੇ ਨੂੰ ਗਾਲ ਕੱਢ ਦਿੰਦੇ, ਕਦੀ ਅੱਗੇ ਬੈਠੇ, ਕਦੀ ਬੀਬੀਆਂ ਨੂੰ, ਕਦੀ ਭਾਈਆਂ ਨੂੰ, ਕਦੀ ਬੱਚਿਆਂ ਨੂੰ, ਕਦੀ ਬਜ਼ੁਰਗਾਂ ਨੂੰ। ਇਹ ਤਰੀਕਾ ਸੀ ਪ੍ਰਚਾਰ ਕਰਨ ਦਾ। ਜਦੋਂ ਬੜੇ ਸਾਰੇ ਸਿੱਖ ਦੁਖੀ ਹੋ ਗਏ, ਆਂਦਾ ਹੈ ਤੇ ਗਾਲਾਂ ਕੱਢ ਜਾਂਦਾ ਸਾਨੂੰ, ਵਿਅਰਥ ਗੱਲਾਂ ਸੁਣਾ ਜਾਂਦਾ। ਗੁਰੂ ਸਾਹਿਬ ਇਤਿਹਾਸ ਸੁਣਾ ਰਹੇ ਨੇ, ਸਾਖੀ ਸੁਣਾ ਰਹੇ ਨੇ, ਕਥਾ ਕਰ ਰਹੇ ਨੇ ਤੇ ਆ ਕੇ ਗਾਲਾਂ ਕੱਢਦਾ ਪਿਆ। ਗੁਰੂ ਸਾਹਿਬ ਕੋਲ ਸ਼ਿਕਾਇਤ ਪਹੁੰਚ ਜਾਂਦੀ ਹੈ, ਗੁਰੂ ਸਾਹਿਬ ਚੰਗਾ ਲੜਕਾ ਤੁਸੀਂ ਪਾਲਿਆ ਤੇ ਆ ਕੇ ਗਾਲਾਂ ਕੱਢਦਾ ਹੈ। ਗੁਰੂ ਸਾਹਿਬ ਕਹਿੰਦੇ ਫੜ ਕੇ ਲਿਆਓ ਉਹਨੂੰ। ਫੜਨ ਸੁਥਰਾ ਅੱਗੇ ਅੱਗੇ ਤੇ ਸੰਗਤ ਪਿੱਛੇ ਪਿੱਛੇ। 10 ਦਿਨ ਸੁਥਰਾ ਦੌੜਦਾ ਰਿਹਾ, ਮਿਲਿਆ ਹੀ ਕੋਈ ਨਾ। 10ਵੇਂ ਦਿਨ ਸੰਗਤ ਨੇ ਕਿਸੇ ਤਰ੍ਹਾਂ ਕਾਬੂ ਕੀਤਾ ਤੇ ਗੁਰੂ ਸਾਹਿਬ ਦੇ ਅੱਗੇ, ਗੁਰੂ ਸਾਹਿਬ ਪੁੱਛੋ ਇਸ ਨੂੰ, ਸੰਗਤ ਵਿੱਚ ਆ ਕੇ ਵਿਅਰਥ ਗੱਲਾਂ ਕਰਦਾ ਹੈ, ਗਾਲਾਂ ਸੁਣਾਉਂਦਾ ਹੈ। ਤੇ ਗੁਰੂ ਸਾਹਿਬ ਪੁੱਛਦੇ ਹਨ, ਸੁਥਰਾ ਜੀ ਤੁਹਾਨੂੰ ਤੇ ਸਿੱਖ ਪੰਥ ਦਾ ਪ੍ਰਚਾਰਕ ਬਣਾਇਆ ਸੀ ਤੇ ਤੁਸੀਂ ਗਾਲਾਂ ਕੱਢਦੇ ਹੋ ਸੰਗਤ ਵਿੱਚ ਆ ਕੇ। ਤੇ ਹੱਥ ਬੰਨ੍ਹ ਕੇ ਕਹਿੰਦੇ ਨੇ, ਗੁਰੂ ਸਾਹਿਬ ਇਹ ਸਵਾਲ ਤੁਸੀਂ ਮੈਨੂੰ ਨਹੀਂ ਪੁੱਛ ਸਕਦੇ। ਗੁਰੂ ਸਾਹਿਬ ਨੂੰ ਵੀ ਭਲਾ ਇਹ ਗੱਲ ਕਹੀ ਜਾ ਸਕਦੀ ਹੈ, ਪਰ ਕਹਿ ਦਿੰਦੇ ਨੇ, ਗੁਰੂ ਸਾਹਿਬ ਇਹ ਸਵਾਲ ਤੁਸੀਂ ਮੈਨੂੰ ਨਹੀਂ ਪੁੱਛ ਸਕਦੇ। ਕਿਉਂ ਸੁਥਰਾ ਜੀ? ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਸ਼ਿਕਾਇਤ ਲਗਾਈ ਹੈ ਤੁਹਾਡੇ ਸਿੱਖ ਹੈ ਹੀ ਨਹੀਂ। ਫਿਰ ਕਿਸ ਦੇ ਸਿੱਖ ਨੇ? ਇਹ ਮੇਰੇ ਸਿੱਖ ਨੇ। ਮਾਣ ਨਾਲ ਕਹਿੰਦੇ ਨੇ। ਹੱਦ ਹੋ ਗਈ। ਸਿੱਖ ਕਹਿੰਦੇ ਨੇ ਅਸੀਂ ਤਾਂ ਗੁਰੂ ਦੇ ਸਿੱਖ ਹਾਂ, ਤੇਰੇ ਸਿੱਖ ਕਦੋਂ ਆਏ? ਉਹ ਕਹਿੰਦੇ ਨਹੀਂ ਗੁਰੂ ਸਾਹਿਬ ਤੁਸੀਂ ਯਕੀਨ ਕਰੋ, ਇਹ ਮੇਰੇ ਹੀ ਸਿੱਖ ਨੇ। ਗੁਰੂ ਸਾਹਿਬ ਕਹਿੰਦੇ ਨੇ ਉਹ ਕਿਵੇਂ? ਕਹਿੰਦੇ ਨੇ ਗੁਰੂ ਸਾਹਿਬ ਇਹਨਾਂ ਨੂੰ ਪੁੱਛੋ ਕਿ ਮੈਂ ਕਿਹੜੀ ਕਿਹੜੀ ਗਾਲ ਕੱਢੀ ਸੀ ਤੇ ਕਿਹੜੀ ਕਿਹੜੀ ਗੱਲ ਸੁਣਾਈ ਸੀ। ਲਿਸਟਾਂ ਖੋਲ ਕੇ ਉਹਨਾਂ ਨੇ ਰੱਖ ਦਿੱਤੀਆਂ। ਗੁਰੂ ਸਾਹਿਬ ਇਸ ਵਕਤ ਤੇ ਇਹ ਵਾਲੀ ਗਾਲ, ਉਸ ਵਕਤ ਤੇ ਉਹ ਵਾਲੀ ਗਾਲ ਸੁਣਾਈ ਸੀ। ਗਾਲਾਂ ਕੱਢਦਾ। ਗੁਰੂ ਸਾਹਿਬ ਇਹਨਾਂ ਨੇ ਦੱਸ ਦਿੱਤਾ ਨਾ ਕਿ ਮੈਂ ਕਿਹੜੀ ਗਾਲ ਕੱਢਦਾ ਸੀ। ਕਹਿੰਦੇ ਦੱਸ ਦਿੱਤਾ। ਕਹਿੰਦੇ ਹੁਣ ਇਹਨਾਂ ਨੂੰ ਇਹ ਪੁੱਛੋ ਕਿ ਜਦੋਂ ਮੈਂ ਗਾਲ ਕੱਢਦਾ ਸੀ ਉਦੋਂ ਤੁਸੀਂ ਕੀ ਕਹਿ ਰਹੇ ਸੋ, ਕਥਾ ਵਿੱਚ ਤੁਸੀਂ ਕੀ ਸੁਣਾਉਂਦੇ ਸੋ? ਸਾਰੇ ਚੁੱਪ। ਗੁਰੂ ਸਾਹਿਬ ਕਹਿੰਦੇ ਦੱਸੋ ਮੈਂ ਕੀ ਸੁਣਾ ਰਿਹਾ ਸੀ ਉਸ ਵਕਤ? ਪਤਾ ਨਹੀਂ ਗੁਰੂ ਸਾਹਿਬ। ਸੁਥਰਾ ਜੀ ਕਹਿੰਦੇ ਨੇ ਗੁਰੂ ਸਾਹਿਬ ਤੁਹਾਨੂੰ ਸੁਣਨ ਹੀ ਨਹੀਂ ਆਏ, ਸੁਣਨ ਹੀ ਗਾਲਾਂ ਆਏ ਨੇ ਤੇ ਤੁਹਾਡੇ ਸਿੱਖ ਵੀ ਨਹੀਂ, ਮੇਰੇ ਹੀ ਸਿੱਖ ਨੇ। ਅਸੀਂ ਗੁਰਦੁਆਰੇ ਬੈਠ ਕੇ ਫਿਰ ਵਿਚਾਰੀਏ, ਕੀ ਅਸੀਂ ਮਹੱਲੇ ਦੇ ਲੋਕਾਂ ਨੂੰ ਮਿਲਣ ਆਏ ਹਾਂ? ਕਿ ਦੋਸਤੀ ਯਾਰੀ ਨਿਭਾਉਣ ਆਏ ਹਾਂ? ਕਿ ਇੱਕ ਦੂਸਰੇ ਨਾਲ ਗੱਲਾਂ ਕਰਨ ਆਏ ਹਾਂ? ਜਾਂ ਇੱਕ ਦੂਸਰੇ ਨੂੰ ਸੁਣਨ ਆਏ ਹਾਂ ਜਾਂ ਗੁਰੂ ਦੀ ਸੁਣਨ ਆਏ ਹਾਂ? ਜੇ ਇੱਕ ਦੂਸਰੇ ਦੀ ਸੁਣਨ ਆਏ ਹਾਂ, ਗੱਲਾਂ ਹੀ ਕਰਨ ਆਏ ਹਾਂ, ਤੇ ਫਿਰ ਮੁਆਫ ਕਰਨਾ ਮੈਂ ਗੁਰੂ ਦਾ ਸਿੱਖ ਨਹੀਂ ਹਾਂ। ਅੱਜ ਵਿਚਾਰ ਪੱਲੇ ਬਣ ਕੇ ਇਹ ਲੈ ਕੇ ਜਾਣੀ ਹੈ ਕਿ ਗੁਰ ਕੀ ਮੱਤ ਤੂੰ ਲੈ ਯਾਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਗੁਰੂ ਦੀ ਮੱਤ ਲੈ, ਗੁਰੂ ਦੀ ਮੱਤ ਲੈਣ ਆਇਆ। ਬੜਾ ਵੱਡਾ ਇਤਿਹਾਸ ਹੈ, ਕੁੱਜੇ ਵਿੱਚ ਭਰਨ ਦੀ ਕੋਸ਼ਿਸ਼ ਕਰਾਂਗਾ। ਗੁਰੂ ਤੇਗ ਬਹਾਦਰ ਸਾਹਿਬ ਨੂੰ 1675 ਸ਼ਹੀਦ ਕਰ ਦਿੱਤਾ ਜਾਂਦਾ ਹੈ ਚਾਂਦਨੀ ਚੌਂਕ ਵਿੱਚ। ਗੁਰੂ ਸਾਹਿਬ ਜਾਂਦੀ ਵਾਰ ਪੁੱਛ ਲੈਂਦੇ ਨੇ, ਗੋਬਿੰਦ ਜੀ ਤੁਸੀਂ ਮੈਨੂੰ ਤਾਂ ਤੋਰ ਰਹੇ ਹੋ ਸ਼ਹਾਦਤ ਲਈ, ਪਰ ਜੇ ਮੇਰੇ ਖੂਨ ਨਾਲ ਔਰੰਗਜ਼ੇਬ ਦੀ ਪਿਆਸ ਨਾ ਬੁਝੀ ਤੇ ਕੀ ਕਰੋਗੇ? ਗੋਬਿੰਦ ਜੀ 9 ਸਾਲ ਦੇ ਨੇ ਉਸ ਵਕਤ, ਗੋਬਿੰਦ ਰਾਏ। ਗੁਰੂ ਸਾਹਿਬ ਜੇ ਤੁਹਾਡੇ ਖੂਨ ਨਾਲ ਪਿਆਸ ਨਾ ਬੁਝੀ ਤੇ ਮਾਤਾ ਜੀ ਹਨ, ਇਹਨਾਂ ਨੂੰ ਭੇਜ ਦਾਂਗਾ। ਗੋਬਿੰਦ ਜੀ ਫਿਰ ਵੀ ਨਾ ਬੁਝੀ ਤੇ ਗੁਰੂ ਸਾਹਿਬ ਮੈਂ ਤੇ ਹਾਂ ਨਾ, ਮੈਂ ਵੀ ਤੁਰ ਪਾਂਗਾ। ਮੈਂ ਦੇਖਦਾ ਅੱਜ 1704 ਹੋ ਗਈ ਹੈ, ਗੁਰੂ ਸਾਹਿਬ ਨੂੰ ਗਏ ਲਗਭਗ 30 ਸਾਲ ਹੋ ਚੁੱਕੇ ਨੇ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਵੱਡੇ ਹੋ ਗਏ ਨੇ, ਉਹਨਾਂ ਦੀ ਮਾਤਾਵਾਂ ਵੀ ਹਨ, ਮਹਿਲ ਵੀ ਹਨ ਤੇ 4 ਬੱਚੇ ਵੀ ਹਨ। ਵਾਅਦਾ ਕੀਤਾ ਸੀ ਔਰੰਗਜ਼ੇਬ ਦੀ ਪਿਆਸ ਨਾ ਬੁਝੀ, ਮਾਂ ਨੂੰ ਤੋਰ ਦਾਂਗਾ, ਆਪ ਤੁਰ ਜਾਵਾਂਗਾ। ਪਰ ਅੱਜ ਦੇਖਦੇ ਨੇ ਪਿਆਸ ਨਾ ਬੁਝੀ ਤੇ 4 ਲੜਕੇ ਵੀ ਤੋਰ ਦੇਵਾਂ, ਤੋਰ ਹੀ ਦੇਵਾਂ ਤੇ ਕਹਿ ਦੇਵਾਂ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ 4 ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਸਾਡੇ ਵੱਲ ਇਸ਼ਾਰਾ ਕਰਕੇ ਕਿਆ ਹੋਣਾ ਹੈ? ਅਸੀਂ ਇੱਕ ਵਾਰ ਉਸ ਉਂਗਲੀ ਨੂੰ ਦੇਖ ਲਈਏ ਗੁਰੂ ਸਾਹਿਬ ਦੀ, ਜਦੋਂ ਇਸ਼ਾਰਾ ਕਰ ਰਹੇ ਸੀ ਤੇ ਕਹਿ ਰਹੇ ਸੀ ਬਾਕੀ ਮੇਰੇ 1000 ਸਾਹਿਬਜ਼ਾਦਿਆਂ ਵਰਗੇ ਪੁੱਤ ਜੀਵਿਤ ਹਨ, ਕੀ ਅਸੀਂ ਸਾਹਿਬਜ਼ਾਦਿਆਂ ਵਰਗਾ ਜੀਵਨ ਬਣਾ ਸਕੇ ਆਪਣਾ? ਉਹਨਾਂ ਦਾ ਜੀਵਨ ਕੈਸਾ ਹੈ? ਨੀਹਾਂ ਵਿੱਚ ਚਿਣਦੇ ਹੋਏ ਵੀ ਜਪਜੀ ਸਾਹਿਬ ਨਹੀਂ ਭੁੱਲਿਆ ਉਹਨਾਂ ਨੂੰ। ਰਜਾਈਆਂ ਤੋਂ, ਕੰਬਲਾਂ ਤੋਂ, ਤੁਲਾਈਆਂ ਤੋਂ ਉੱਠ ਕੇ ਸਾਨੂੰ ਜਪਜੀ ਸਾਹਿਬ ਚੇਤੇ ਹੀ ਨਹੀਂ ਆ ਰਿਹਾ। ਨੀਹਾਂ ਵਿੱਚ ਖਲੋ ਕੇ ਵੀ ਉਹਨਾਂ ਨੂੰ ਨਹੀਂ ਭੁੱਲ ਰਿਹਾ। ਠੰਡੇ ਬੁਰਜ ਵਿੱਚ ਬੈਠ ਕੇ ਵੀ 85 ਸਾਲ ਦੀ ਮਾਤਾ ਨੂੰ ਜਪਜੀ ਸਾਹਿਬ, ਸੁਖਮਨੀ ਸਾਹਿਬ ਨਹੀਂ ਭੁੱਲਿਆ।
कीमती कोठियां विच रह के, चंगे मकानां विच रह के, अच्छे कालीनां उपर बैठ के सानू सुखमनी चेते ही नहीं आउंदी। की उस उंगल दे अगे मैं बैठा होवांगा? कह रहे होणगे, चार मूए तो क्या पया, जीवत कई हजार। की बैठा होवांगा? आपे देख लीजिए। 1687 ਨੂੰ ਭੰਗਾਣੀ ਦਾ युद्ध लगता है। गुरु साहब की उम्र केवल 21 साल। 22 ਧਾਰ ਦੇ ਰਾਜੇ। मैं फिर कवां, जिस हिंदू धर्म की खातिर गुरु तेग बहादुर साहब दिल्ली शहीद हो रहे हैं, ये ਉਹੀ हिंदू 22 ਧਾਰ ਦੇ ਰਾਜੇ केवल 12 साल विच ही एहसान भुला के हमला कर देंगे हैं। केवल 12 साल गुरु साहब उपर हमला हुंदा है, अडिग अडोल रहंदे हन, लड़दे हन, सिंह भी शहीद हुंदे हैं। पर भंगाणी का पहला युद्ध गुरु साहब जित जाते हैं। 14 जंगा लड़ते हैं गुरु साहब, 14 जंगा। खैर 1704 का समा, 8 महीने हो गए हैं गुरु साहब नूं मुगलिया फौज ने ते 22 ਧਾਰ ਦੇ ਰਾਜਿਆਂ ने घेरा पा रखिया। 8 महीने अंदर खाण पीण का समान भी नहीं जाण दिता किले विच कि इन्हां नूं भुक्खा मार दईए। पर 8 महीने विच सुनिया तुसीं कदी एक भी सिख ने क्या होवे कि मुसलमान बन जाते हैं? गुरु साहब छोड़ो, की करना है, मर रहे हैं। याद रखिए 6 ते 7 पो दी रात जिस दिन किला छड्डिया ना गुरु साहब ने, उस दिन मुगल किले दे अंदर गए ते उन्हां दी अखां विच भी लहू दे अथरू गिर रहे सन। क्यों? उन्होंने देखा कि सिखां नूं इतना भुक्खा असीं रखिया सी कि 8 महीनों विच किले दे अंदर एक पेड़ भी नहीं बचिया सी। पेड़ दी जड़ां तक खा गए सी सिख, इतनी भुखमरी फैली सी। पर एक भी सिख असीं सुनिया होवे कि डोल गया होवे? कोई भी नहीं। आनंदगढ़ के किले चो 10,000 सिख निकले हैं, 10,000। ते सामने मुगलिया फौज और 22 ਧਾਰ ਦੇ राजे मिला के कितनी फौज है? 10 ਲੱਖ, जिसनों गुरु साहब जफरनामे विच कलमबंद कर रहे हैं। गुरशना चकारे कुनंद चहल नर के दैलक बरायद बरो बेखबर। 10 ਲੱਖ की फौज ला के तू 40 भुखे तिहाए सिंगां दे सामने आ गया है। केड़ी बहादरी दे तो तीर मारे औरंगजेब। आनंदगढ़ का किला छड्डदे हन, कुरान ते गऊ दियां कसमां खांदा औरंगजेब। 22 ਧਾਰ ਦੇ राजे तुसीं किला छोड़ दिओ, असीं तुहानूं कुछ भी नहीं कवांगे। गुरु साहब कहंदे हन सिखां नूं, झूठियां कसमां ने, झूठ लोग है, झूठ कुफर तोल रहे ने। पर सिंगां दी बेनती ते गुरु साहब कुरान ते गऊ दी कसम नूं उपर रख के कि किसी धार्मिक चिन्ह दी कसम है, इसनूं मैं थल्ले ना करा। उस कसम दे, झूठी कसम सी, गुरु साहब ते कट कट के अंतर की जानत सन, पता सी कसम झूठी है, तां भी उस झूठी कसम नूं उपर रखदे गुरु साहब किला छड्डदे हन। ये देख के छत्ते आने का एक फकीर सी इब्राहिम। इब्राहिम वो फकीर है जिसनों औरंगजेब भी जाके मत्था टेकदा सी। मुसलमानी फकीर है, इस्लामी फकीर। जदों उसने देखा कि गुरु साहब ने किला छड्ड दिता है, तां भी उन्होंने कसमां तोड़ दित्ती हैं। वो गुरु साहब को ला के अमृत छक लैंदा है। छत्ते आने का फकीर है इब्राहिम, जिसनों सारा इस्लाम धर्म सिजदे कर रहा है, अमृतधारी हो जाता है, सारा इस्लाम धर्म उसके खिलाफ हो जाता है। उसनों पुछ लेंदे काफर दे धर्म में चला गया, तो उसका जवाब हुंदा है कि मैनू लगता है कि गुरु गोबिंद सिंह तो सच्चा मुसलमान ही कोई नहीं है। क्यों? कहंदा मुसलमान कौन हुंदा है? कहंदे मुसलमान वो हुंदा है जिहड़ा कुरान पाक नू अपनी जान तो भी ज़्यादा प्यार करे, कुरान पाक नू अपने माल तो भी ज़्यादा प्यार करे, कुरान पाक की इज्जत करे। मुसलमान वो है। कहंदे फिर तुसी मैनू दसो, कुरान पाक की कसम खा के औरंगजेब कसम तोड़ के परिवार ते हमला कर रहा है, झूठी कुरान की कसम ते भी गुरु साहब किला छड्ड दिंदे ने। सच्चा मुसलमान कौन है? कुरान की इज्जत किसने की? औरंगजेब ने कि गुरु साहब ने? यही हाल किरपा राम का होया। किरपा राम वो कश्मीरी पंडित है जड़ा जत्था लैके गुरु तेग बहादुर साहब को लाया कि औरंगजेब मलिया मीट कर रहा, सानू बचा लो। तो गुरु तेग बहादुर साहब किसी होर दे दीन लई अपनी जान नछावर कर देंदे ने। ये वेख के किरपा राम आया तो पंडित सी, पर जान वेले सिंह सजिया पिया, ये भी अमृतधारी हो गया। और हैरान हो जाओगे सुन के, ये किरपा राम ओही है
ਜਿਹੜਾ 40 ਜਿਹੜੇ ਸਿੰਘ ਲੜਨਗੇ ਚਮਕੌਰ ਦੀ ਜੰਗ ਵਿੱਚ, ਉਸ ਵਿੱਚ ਇੱਕ ਕਿਰਪਾ ਸਿੰਘ ਹੈ, ਇਹ ਉਹੀ ਕਿਰਪਾ ਰਾਮ ਹੈ। 40 ਵਿੱਚ ਸ਼ਹੀਦ ਹੋਏਗਾ, ਉਹ ਕਿਰਪਾ ਰਾਮ ਹੈ ਕਸ਼ਮੀਰੀ ਪੰਡਿਤ। ਹੋਰ ਪਿੱਛੇ ਚਲੇ ਜਾਵਾਂ, ਲਾਲ ਸਿੰਘ ਪੰਡਿਤ ਇੱਕ ਹੋਇਆ ਜਿਸ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਤਾਨਾ ਚੁੱਕਿਆ ਸੀ ਪੰਜੋਖੜਾ ਸਾਹਿਬ ਕੀ ਸਾਡੇ ਗੁਰੂ ਨੇ ਸ਼੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰੀ ਹੈ, ਤੁਸੀਂ ਹੋਰ ਵੱਡਾ ਨਾਮ ਲਿਖ ਲਿਆ ਹਰਿ ਕ੍ਰਿਸ਼ਨ। ਗੀਤਾ ਦਾ ਇੱਕ ਅਰਥ ਹੀ ਸੁਣਾ ਦਿਓ। 5 ਸਾਲ ਦਾ ਲੜਕਾ ਗੁਰੂ ਮੰਨਣਾ ਸੌਖਾ ਸੀ? ਤੇ ਗੁਰੂ ਸਾਹਿਬ ਨੇ ਇਤਿਹਾਸ ਬਹੁਤ ਲੰਮੇਰਾ ਹੈ, ਟੂਕ ਮਾਤਰ ਕਵਾਂ ਛੱਜੂ ਝੀਵਰ ਦੇ ਸਿਰ ਤੇ ਰੱਖੀ ਛੜੀ ਤੇ ਉਸਨੇ ਸਾਰੇ ਅਰਥ ਕਰ ਦਿੱਤੇ। ਇਹ ਉਹ ਲਾਲ ਸਿੰਘ ਸੀ, ਆਇਆ ਤੇ ਸੀ ਅਸ਼ਰਦਕ ਬਣ ਕੇ ਹਉਮੈ ਲੈ ਕੇ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੋਂ ਫਿਰ ਵਾਪਸ ਗਿਆ ਹੀ ਨਹੀਂ ਸੀ। ਇਹ ਉਹ ਲਾਲ ਸਿੰਘ ਹੈ ਜਿਹੜਾ 1699 ਅੰਮ੍ਰਿਤਧਾਰੀ ਹੋ ਕੇ ਉਹ 40 ਸਿੰਘਾਂ ਵਿੱਚ ਸ਼ਾਮਿਲ ਹੈ। ਇਹ ਲਾਲ ਸਿੰਘ ਵੀ। ਸਾਡੇ ਸਿੱਖੀ ਸਿੱਧਕ ਕਿੱਥੇ ਚਲੇ ਗਏ? ਮੈਂ ਸੋਚਦਾ ਹਿੰਦੀ ਦੀ ਕਹਾਵਤ ਬਾਖੂਬ ਹੈ, ਘਰ ਕੀ ਮੁਰਗੀ ਦਾਲ ਬਰਾਬਰ। ਪੈਦਾ ਹੋਏ ਹਾਂ ਸਿੱਖਾਂ ਦੇ ਘਰ ਵਿੱਚ, ਮਾਂ ਦੇ ਦੁੱਧ ਨਾਲ ਸਿੱਖੀ ਮਿਲ ਗਈ, ਕਦਰ ਹੀ ਕੋਈ ਨਹੀਂ ਪਾਈ। ਸਿੱਖੀ ਦੀ ਕਦਰ ਉਹਨਾਂ ਨੇ ਪਾਈ ਜਿਨ੍ਹਾਂ ਨੇ ਜਾਨ ਨੂੰ ਤਲੀ ਤੇ ਰੱਖਿਆ, ਸਿੱਖੀ ਦੀ ਕਦਰ ਉਹਨਾਂ ਨੇ ਪਾਈ। ਸਾਨੂੰ ਪਤਾ ਹੀ ਕੋਈ ਨਹੀਂ ਸਿੱਖੀ ਕੀ ਹੈ। ਸਿੱਖੀ ਤੇ ਗੁਰੂ ਦੀ ਵਿਚਾਰ ਦਾ ਨਾਮ ਹੈ, ਸਿੱਖੀ ਤੇ ਗੁਰੂ ਦੇ ਪਿਆਰ ਦਾ ਨਾਮ ਹੈ, ਸਿੱਖੀ ਤੇ ਗੁਰੂ ਨਾਲ ਪ੍ਰੇਮ ਦਾ ਨਾਮ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਸੋ ਕਿਲਾ ਛੱਡਿਆ ਜਾਂਦਾ ਹੈ, ਛੱਤਿਆਣੇ ਦਾ ਉਹ ਫਕੀਰ ਵੀ ਅੰਮ੍ਰਿਤਧਾਰੀ ਹੋ ਜਾਂਦਾ ਹੈ। ਸਰਸਾ ਦੇ ਕਿਨਾਰੇ ਤੇ 6 ਔਰ 7 ਪੋਹ ਦੀ ਰਾਤ ਵਿੱਚ 10,000 ਸਿੰਘ ਨਿਕਲੇ ਹਨ। ਹੈਰਾਨ ਹੋ ਜਾਣਗੇ ਸੁਣ ਕੇ, ਇਤਨੀ ਮਾਰ ਕਾਟ ਕੀਤੀ। 2-3 ਘੰਟਿਆਂ ਵਿੱਚ ਹੀ ਗੁਰੂ ਸਾਹਿਬ ਸਰਸਾ ਤੇ ਪਹੁੰਚੇ ਹਨ। 9,500 ਸਿੰਘ ਸ਼ਹੀਦ ਹੋ ਗਿਆ। 10,000 ਵਿੱਚੋਂ 9,500 ਸ਼ਹੀਦ ਵੀ ਹੋ ਗਿਆ ਹੈ। ਕੇਵਲ 500 ਸਿੰਘ ਬਚੇ ਹਨ। ਆਕਾਸ਼ ਵੱਲ ਗੁਰੂ ਸਾਹਿਬ ਦੇਖਦੇ ਹਨ, ਇਹ ਤੇ ਅੰਮ੍ਰਿਤ ਵੇਲਾ ਹੋ ਗਿਆ। ਭਾਈ ਦਇਆ ਸਿੰਘ ਜੀ ਬੁਲਾ ਲੈਂਦੇ ਹਨ, ਚਲੋ ਨਿਤਨੇਮ ਕਰੀਏ। ਹੈਂ 10 ਲੱਖ ਦਾ ਹਜ਼ੂਮ ਮਾਰ ਕਾਟ ਕਰ ਰਿਹਾ ਹੈ। ਤੋਪ ਤੁਫੰਗ ਤੀਰ ਨੇਜੇ ਬਰਛੇ ਗੋਲੀਆਂ ਚੱਲ ਰਹੀਆਂ ਹੈ। ਸ਼ਮਸ਼ੀਰਾਂ ਦੀ ਖੜਾਕ ਨਾਲ ਹਾਹਾਕਾਰ ਮਚੀ ਹੋਈ ਹੈ। ਸਿੰਘ ਇੱਥੇ ਸ਼ਹੀਦ ਹੋ ਰਹੇ ਹਨ, ਮੁਗਲ ਇੱਥੇ ਸ਼ਹੀਦ ਹੋ ਰਹੇ। ਨਿਤਨੇਮ ਕਰੀਏ, ਜਾਨਾਂ ਤੇ ਬਚਾ ਲਓ ਗੁਰੂ ਸਾਹਿਬ। ਗੁਰੂ ਸਾਹਿਬ ਕਹਿੰਦੇ ਨੇ ਕਿੰਨੇ ਸਿੰਘ ਬਚ ਗਏ ਹਨ? ਗੁਰੂ ਸਾਹਿਬ ਕੇਵਲ 500 ਸਿੰਘ ਬਚੇ ਹਨ। ਕਹਿੰਦੇ ਫਿਰ ਗੱਲ ਤੁਹਾਡੀ ਵੀ ਰਹਿ ਜਾਏ ਤੇ ਮੇਰੀ ਵੀ। 250 ਸਿੰਘ ਬੈਠ ਜਾਓ ਨਿਤਨੇਮ ਲਈ ਤੇ 250 ਲੜੀ ਜਾਓ। ਫਿਰ ਚੇਤੇ ਰੱਖੀਏ 10 ਲੱਖ ਦਾ ਹਜ਼ੂਮ ਹੈ, ਨਿਤਨੇਮ ਹੋ ਰਿਹਾ, ਮਾਰ ਕਾਟ ਮਚੀ ਹੈ, ਖੂਨ ਖਰਾਬਾ ਹੋ ਰਿਹਾ ਹੈ, ਸਰ ਧੜ ਤੋਂ ਇਵੇਂ ਅਲੱਗ ਹੋ ਰਹੇ ਨੇ ਜਿਵੇਂ ਗਾਜਰ ਮੂਲੀ ਕੱਟੀ ਜਾ ਰਹੀ ਹੈ, ਪਰ ਨਿਤਨੇਮ ਹੋ ਰਿਹਾ। 250 ਸਿੰਘ ਬੈਠ ਗਏ ਹਨ। 4 ਸੈਨਾਪਤੀਆਂ ਨੂੰ ਕਮਾਨ ਸਾਂਭ ਦਿੱਤੀ ਹੈ ਕਿ ਰਾਖੀ ਕਰੋ। ਸਾਹਿਬਜ਼ਾਦਾ ਅਜੀਤ ਸਿੰਘ ਭਾਈ ਉਦੈ ਸਿੰਘ ਨਾਲ ਸ਼ਾਹੀ ਟਿੱਬੇ ਤੇ 50 ਸਿੰਘਾਂ ਨੂੰ ਲੈ ਕੇ, ਸੱਜੇ ਬਾਹੀ ਵੱਲ ਭਾਈ ਜੀਵਨ ਸਿੰਘ 100 ਸਿੰਘਾਂ ਨੂੰ ਲੈ ਕੇ, ਖੱਬੀ ਬਾਹੀ ਵੱਲ ਭਾਈ ਬਚਿੱਤਰ ਸਿੰਘ 100 ਸਿੰਘਾਂ ਨੂੰ ਲੈ ਕੇ ਲੜ ਰਹੇ ਹਨ ਤੇ ਗੁਰੂ ਸਾਹਿਬ ਨਿਤਨੇਮ ਕਰਦੇ ਹਨ। ਨਿਤਨੇਮ ਤੋਂ ਬਾਅਦ ਆਸਾ ਕੀ ਵਾਰ ਦਾ ਕੀਰਤਨ ਵੀ ਕਿੱਥੇ ਹੋ ਰਿਹਾ? ਕੋਈ ਗੁਰਦੁਆਰਾ ਸਾਹਿਬ ਹੈ? ਸਰਸਾ ਦੇ ਕੰਢੇ ਤੇ ਹੋ ਰਿਹਾ ਹੈ। ਮੀਂਹ ਵਰ ਰਿਹਾ ਹੈ, ਝੱਖੜ ਝੁੱਲ ਰਹੇ ਹਨ, ਸਰਸਾ ਵਿੱਚ ਪਾਣੀ ਚੜਿਆ ਪਿਆ ਹੈ, ਪਰ ਗੁਰੂ ਸਾਹਿਬ ਨਿਤਨੇਮ ਤੋਂ ਵਾਂਝੇ ਰਹਿਣਾ ਮਨਜ਼ੂਰ ਕੋਈ ਨਹੀਂ। ਨਿਤਨੇਮ ਕਰਨਾ ਹੈ। 3 ਘੰਟੇ ਇਤਿਹਾਸਕਾਰ ਲਿਖ ਰਹੇ ਨਿਤਨੇਮ ਹੋ ਰਿਹਾ ਹੈ। 3 ਘੰਟੇ ਨਿਤਨੇਮ ਹੀ ਕਰੀ ਜਾ ਰਹੇ ਨੇ ਆਰਾਮ ਨਾਲ, ਜਿਵੇਂ ਆਨੰਦ ਵਿੱਚ ਬੈਠੇ ਨੇ। ਇਹ ਕਿਹੜਾ ਆਨੰਦ ਹੈ? ਮੈਨੂੰ ਲੱਗਦਾ ਇਹ ਆਨੰਦ ਗੁਰੂ ਕੋਲ ਹੀ ਹੋ ਸਕਦਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਗੁਰੂ ਕੋਲ ਹੀ ਹੋ ਸਕਦਾ ਹੈ। ਨਿਤਨੇਮ ਸਮਾਪਤੀ ਹੁੰਦੀ ਹੈ, ਫਤਿਹ ਗਜਾਈ ਜਾਂਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਇਆ ਸਿੰਘ ਗਲ ਵਿੱਚ ਪੱਲਾ ਲੈ ਕੇ ਆ ਜਾਂਦੇ ਨੇ। ਗੁਰੂ ਸਾਹਿਬ ਸਿੱਖਾਂ ਦੇ ਸਿਰਾਂ ਦਾ ਮੁੱਲ ਤੁਸੀਂ ਪਾਇਆ ਹੀ ਕੋਈ ਨਹੀਂ, ਤੁਸੀਂ ਸਿੱਖਾਂ ਦੀ ਕਦਰ ਹੀ ਨਹੀਂ ਕੀਤੀ। ਕਿਉਂ ਦਇਆ ਸਿੰਘ? 250 ਸਿੰਘ ਤੁਸੀਂ ਪਹਿਰੇ ਤੇ ਲਗਾਇਆ ਸੀ ਲੜਨ ਲਈ, ਇੱਕ ਵੀ ਨਹੀਂ ਬਚਿਆ, ਸਾਰੇ ਸ਼ਹੀਦ ਹੋ ਗਏ। ਅੱਜ ਨਿਤਨੇਮ ਨਾ ਕਰਦੇ? ਮੁਸਕਰਾ ਕੇ ਗੁਰੂ ਸਾਹਿਬ ਕਹਿੰਦੇ ਨੇ ਦਇਆ ਸਿੰਘ ਜੀ ਇਹ ਤੇ ਤੁਸੀਂ ਲਿਸਟ ਸੁਣਾ ਦਿੱਤੀ, ਜਿਹੜੇ ਨਹੀਂ ਰਹੇ, ਰਹਿ ਕਿਹੜੇ ਕਿਹੜੇ ਗਏ ਉਹ ਦੱਸ ਦਿਓ। ਗੁਰੂ ਸਾਹਿਬ 4 ਸਾਹਿਬਜ਼ਾਦੇ, ਮਾਤਾਵਾਂ, ਮਾਤਾ ਗੁਜਰ ਕੌਰ, ਆਪ ਜੀ, 5 ਪਿਆਰੇ ਤੇ 250 ਸਿੰਘ ਰਹਿ ਗਏ ਨੇ, ਹੋਰ ਕੋਈ ਵੀ ਨਹੀਂ ਰਿਹਾ। ਗੁਰੂ ਸਾਹਿਬ ਕਹਿੰਦੇ ਨੇ ਫਿਰ ਦਇਆ ਸਿੰਘ ਗੱਲ ਸੁਣ ਲਓ,
जे अज नितनेम ना हुंदा ਇਹ 250 ਦੇ 250 ਹੁਣੇ ਹੀ ਪੰਥ ਦੇ ਲੇਖੇ ਲੱਗ ਜਾਣੇ ਸੀ। ਹੋ ਸਕਦਾ ਅਸੀਂ ਵੀ ਪ੍ਰਾਣ ਇੱਥੇ ਹੀ ਤਿਆਗ ਦਿੰਦੇ। ਮਨਜ਼ੂਰ ਸੀ? ਨਹੀਂ ਗੁਰੂ ਸਾਹਿਬ। ਇਹ ਨਿਤਨੇਮ ਦੀ ਬਦੌਲਤ ਸੀ ਕਿ 250 ਬਚ ਗਏ। ਦਇਆ ਸਿੰਘ ਇੱਕ ਵਾਰ ਸੋਚ ਕੇ ਤਾਂ ਦੇਖੋ, ਆਨੰਦਗੜ੍ਹ ਤੋਂ ਕਿਲੇ ਅਸੀਂ ਕਿੰਨੇ ਨਿਕਲੇ ਆ? 10,000। 2 ਘੰਟਿਆਂ ਵਿੱਚ ਜੇ ਮੁਗਲਾਂ ਨੇ 9,500 ਸਿੰਘ ਮਾਰ ਦਿੱਤਾ, 500 ਮਾਰਨ ਨੂੰ ਕਿੰਨਾ ਸਮਾਂ ਲੱਗਣਾ ਸੀ? ਪਰ ਨਹੀਂ ਮਾਰ ਸਕੇ। ਕਿਉਂ? ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇਰਾ। ਜੇ ਬਚ ਗਏ ਆ ਨਿਤਨੇਮ ਦੀ ਬਦੌਲਤ ਬਚ ਗਏ ਆ। ਖੈਰ ਸਰਸਾ ਤੇ ਵਿਛੋੜਾ ਪੈਂਦਾ ਹੈ। ਪਰਿਵਾਰ 3 ਹਿੱਸਿਆਂ ਵਿੱਚ ਖੇਰੂ ਖੇਰੂ ਹੁੰਦਾ ਹੈ। ਮਾਤਾ ਸੁੰਦਰ ਕੌਰ, ਸਾਹਿਬ ਕੌਰ ਭਾਈ ਮਨੀ ਸਿੰਘ ਹੋਰਾਂ ਨਾਲ ਦਿੱਲੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਿਹ ਸਿੰਘ ਮਾਤਾ ਜੀ ਨਾਲ, ਗੰਗੂ ਰਸੋਈਏ ਨਾਲ ਪਿੰਡ ਸਹੇੜੀ। 250 ਸਿੰਘਾਂ ਵਿੱਚੋਂ ਬਚੇ ਸਿੰਘ ਗੁਰੂ ਸਾਹਿਬ ਲੈ ਕੇ ਤੇ ਰੋਪੜ ਦੇ ਮੈਦਾਨ ਵਿੱਚ ਫਿਰ ਝੜਪ ਹੁੰਦੀ ਹੈ। ਉਧਰੋਂ ਗੁਰੂ ਸਾਹਿਬ ਬੁੱਧੀ ਚੰਦ ਦੀ ਕੱਚੀ ਗੜੀ ਵੱਲ ਜਾਂਦੇ ਹਨ। ਬੁੱਧੀ ਚੰਦ 3 ਵਾਰ ਕਹਿੰਦਾ ਹੈ। ਪਤਾ ਕੀ ਕਹਿੰਦਾ ਹੈ? ਗੁਰੂ ਸਾਹਿਬ ਮੇਰੀ ਗੜੀ ਕੱਚੀ ਹੈ, ਤੁਸੀਂ ਸ਼ਰਨ ਲੈ ਲਓ। ਮੈਂ ਇਸ ਲਾਇਕ ਨਹੀਂ ਕਿ ਆਲੀਸ਼ਾਨ ਮਹਿਲਾਂ ਵਿੱਚ ਆਪ ਜੀ ਨੂੰ ਰੱਖ ਸਕਾਂ। ਮੈਂ ਇਸ ਲਾਇਕ ਨਹੀਂ ਕਿ ਕੀਮਤੀ ਗਦੇਲੇ ਆਪ ਜੀ ਨੂੰ ਦੇ ਸਕਾਂ। ਮੈਂ ਇਸ ਲਾਇਕ ਨਹੀਂ ਕਿ ਆਪ ਜੀ ਦੇ ਬੱਚਿਆਂ ਨੂੰ ਗਰਮ ਕਮਰਿਆਂ 'ਚ ਸਵਾ ਸਕਾਂ। ਗੁਰੂ ਸਾਹਿਬ ਗੜੀ ਕੱਚੀ ਹੈ, ਆਪ ਜੀ ਚਰਨ ਪਾਓ। ਗੁਰੂ ਸਾਹਿਬ ਦਾ ਅਗੰਮੀ ਬੋਲ ਚੇਤੇ ਰੱਖੀਏ। ਬੁੱਧੀ ਚੰਦ ਫਿਕਰ ਨਾ ਕਰ, ਤੇਰੀ ਗੜੀ ਕੱਚੀ ਹੈ ਪਰ ਮੇਰੇ ਸਿੱਖ ਪੱਕੇ ਨੇ, ਫਿਕਰ ਨਾ ਕਰ। ਅੱਜ ਮੈਂ ਪੁੱਛ ਲਵਾਂ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਗੜੀ 'ਚ ਬੈਠਾ, ਗੁਰਦੁਆਰੇ 'ਚ ਬੈਠਾ, ਬੜਾ ਪੱਕਾ ਹੈ। ਗੁਰੂ ਸਾਹਿਬ ਗੁਰਦੁਆਰੇ ਆਓ, ਗੁਰਦੁਆਰਾ ਬੜਾ ਪੱਕਾ ਹੈ। ਸੰਗਮਰਮਰ ਲਗਾ ਦਿੱਤੇ ਹਨ, ਆਲੀਸ਼ਾਨ ਝੂਮਰ ਝੂਲ ਰਹੇ ਹਨ, ਕੀਮਤੀ ਕਾਲੀਨ ਵਿਛੇ ਹਨ, ਬੜੀ ਮਹਿੰਗੀ ਅਸੀਂ ਡੈਕੋਰੇਸ਼ਨ ਕੀਤੀ ਹੈ। ਗੁਰੂ ਸਾਹਿਬ ਬੜੀ ਪੱਕੀ ਬਿਲਡਿੰਗ, ਪੱਕੀ ਗੜੀ ਅਸੀਂ ਬਣਾ ਦਿੱਤੀ ਹੈ। ਕੀ ਇਸ ਮੂੰਹ ਨਾਲ ਮੈਂ ਕਹਿ ਸਕਾਂਗਾ ਕਿ ਸਿੱਖ ਪੱਕੇ ਹਨ? ਗੁਰੂ ਸਾਹਿਬ ਨੇ ਕਿਹਾ ਸੀ ਗੜੀ ਕੱਚੀ ਹੈ, ਫਿਕਰ ਨਾ ਕਰ, ਸਿੱਖ ਪੱਕੇ ਨੇ। ਅੱਜ ਮੁਆਫ ਕਰਨਾ, ਗੁਰਦੁਆਰੇ ਪੱਕੇ ਨੇ ਤੇ ਸਿੱਖ ਕੱਚੇ ਨੇ। 10 ਲੱਖ ਦੇ ਹਜ਼ੂਮ ਵਿੱਚ ਵੀ ਨਿਤਨੇਮ ਨਹੀਂ ਛੱਡਿਆ ਜਾ ਰਿਹਾ। ਪੁੱਛ ਲਵਾਂ ਮੈਂ, ਕਿਹੜੀ 10 ਲੱਖ ਦੀ ਫੌਜ ਸਵੇਰੇ ਸਾਡੇ ਕਮਰੇ ਦੇ ਬਾਹਰ ਆ ਜਾਂਦੀ ਹੈ, ਜਿਹੜੀ ਸਾਨੂੰ ਉੱਠਣ ਹੀ ਨਹੀਂ ਦਿੰਦੀ, ਜਿਹੜੀ ਨਿਤਨੇਮ ਸਾਂਭਣ ਹੀ ਨਹੀਂ ਦਿੱਤੀ? ਕਿਹੜਾ ਉਹ 10 ਲੱਖ ਦਾ ਹਜ਼ੂਮ ਮਾਰ ਕਾਟ ਕਰ ਰਿਹਾ ਹੁੰਦਾ ਹੈ? ਕਿਹੜੇ ਸਾਡੇ ਮੂੰਹੋਂ 4 ਬੱਚੇ ਸਾਡੇ ਅੱਗੋਂ ਸ਼ਹੀਦ ਹੋ ਜਾਂਦੇ ਨੇ, ਜਿਹੜੇ ਸਾਨੂੰ ਨਿਤਨੇਮ ਕਰਨ ਹੀ ਨਹੀਂ ਦੇ ਰਹੇ? ਕਿਹੜੇ ਛੋਟੇ ਛੋਟੇ ਲਾਲ ਮੇਰੀ ਅੱਖਾਂ ਦੇ ਸਾਹਮਣੇ ਮੈਂ ਵਾਰ ਰਿਹਾ ਹਾਂ ਤੇ ਦੁੱਖ ਵਿੱਚ ਬੈਠਾ ਕਿ ਹਾਏ ਨਿਤਨੇਮ ਕਿਵੇਂ ਕਰਾਂ? ਐਸਾ ਕੁਝ ਵੀ ਨਹੀਂ ਹੈ, ਤਾਂ ਵੀ ਮੈਂ ਨਿਤਨੇਮ ਨਹੀਂ ਕਰ ਰਿਹਾ। ਤੇ ਮੈਨੂੰ ਕਹਿ ਲੈਣ ਦੇਣਾ, ਗੜੀ ਕੱਚੀ ਸੀ, ਸਿੱਖ ਪੱਕੇ ਸਨ, ਗੁਰਦੁਆਰੇ ਪੱਕੇ ਹਨ, ਸਿੱਖ ਕੱਚੇ ਹਨ। ਜੇ ਗੁਰੂ ਸਾਹਿਬ ਨੇ ਲਿਖ ਦਿੱਤਾ गिदड़ों को मैं शेर बनाऊं, चिड़ियों से मैं बाज लड़ाऊं, 1.25 लाख से 1 लड़ाऊं, तबै गोबिंद सिंह 1.25 लाख नाल 1। बाहर जाते हुए 2 चोर ही घेर लैन, चंडा 2 मार के तो मेरा सारा कुछ खो सकते हैं। 1.25 लाख नाल 1 बड़ी औखी खेड है, क्योंकि साढ़े अंदर उन्हें तौखला भी है, भरम भी है और डर भी है, शक भी है, शरदा भी है। शरदा है गुरुद्वारे आ गए, शक है किसी बाबे कोल भी चले गए। शरदा है नितनेम भी कर लिया तो शक है धागे भी बनवा ले। शरदा है कीर्तन भी सुन लिया तो शक है तिलक भी लगवा ले। शरदा है कथा भी सुन ली तो शक है तवीज़ भी बनवा ले। 2 बेड़ियां ते पैर रखे तो अज तक कोई नहीं तरिया। जे 1.25 लाख नाल 1 लड़िया तो तनो मनो सिख सन, ਜਿਹੜੇ ਐਸੇ ਸਿੱਖ ਸਨ ਜਿਨ੍ਹਾਂ ਨੇ ਸ਼ਬਦ ਪੜਿਆ ਸੀ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿੱਚ ਆਈ। ਸ਼ਬਦ ਦੇ ਅੱਗੇ ਚੱਲੀਏ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਹਿੋ ਵਡਿਆਈ। ਅਰਦਾਸ ਇੱਕੋ ਸੀ, ਸਾਡੀ ਅਰਦਾਸਾਂ ਹੀ ਬਦਲ ਚੁੱਕੀਆਂ। ਗੁਰੂ ਸਾਹਿਬ ਚੰਗੀ ਨੌਕਰੀ, ਚੰਗਾ ਘਰ, ਚੰਗੀ ਕੋਠੀ, ਚੰਗੀ ਗੱਡੀ, ਬੱਚੇ ਆਗਿਆਕਾਰ, ਬੱਚਿਆਂ ਨੂੰ ਵੈਲ ਸੈਟਲ ਕਰ ਦੇਣਾ, ਇਹੀ ਅਰਦਾਸ ਹੈ। ਮੈਨੂੰ ਲੱਗਦਾ ਅਸੀਂ ਗੁਰੂ ਨੂੰ ਮੰਨ ਨਹੀਂ ਰਹੇ, ਕੇਵਲ ਗੁਰੂ ਤੋਂ ਮੰਗ ਰਹੇ ਹਾਂ, ਕਿਉਂਕਿ ਜਿਵੇਂ ਅਸੀਂ ਸੋਚ ਰਹੇ ਹਾਂ ਪਤਾ ਹੀ ਕੁਛ ਨਹੀਂ ਹੈ ਨਾ ਉਸਨੂੰ। ਐਵੇਂ ਲਿਖਿਆ ਬਿਨ ਬੋਲਿਆ ਸਭ ਕੁਛ ਜਾਣਦਾ,
किस आगे कीचे अरदास। सियाणी मां ਉਹ है बच्चे ਦਾ जूता बाद चो टुटे तो पहले नवा खरीद के दे दे। सियाणी मां ਉਹ है इतना सियाणा भी गुरु ने नहीं समझा कि मेरी की लोड़ है आपे पूरी कर देवे। मंगना ते इको चीज सी देह नाम संतोखियां उतरे मन की, क्योंकि सब्बे इच्छा पूरियां जा पाया अगम अपारा। एक इच्छा पूरी होएगी दुनियावी 10 जन्म ले लैणगियां। देख लेना, ਲੱਖ रुपए की इच्छा है, जदों पूरी होएगी करोड़ की इच्छा पैदा हो चुकी होगी। 10 पूरियां होन 100 जन्म लै चुकियां होणगियां, 100 पूरियां होन 1000 जन्म लै चुकियां होणगियां, 1000 पूरियां होन इतना जीवन ही कोई नहीं। ते गुरु साहब कह रहे हैं एक रत्ती बिन एक रत्ती के सवैये पढ़ लेना। सारा कुछ मेरे कोल होवे, सारी सृष्टि दा मैं राजा होवां, सारी दुनिया मेरा नाम जानदी होवे, एक नाम दा किणका ना होवे ते मैं किसे लेखे नहीं। जे जुग चारे आर जा होर दसूणी होए, नवां खंडां विच जाणीए नाल चलै सब कोए, चंगा नाम रखाए कै सारा जग मेरा जस भी गांदा, जस कीरत जगले पर जे तिस नदर ना आवई तां बात ना पुछै के। हाल की होवेगा कीटां अंदर कीट कर, कीड़ियां दा महान कीड़ा मैनू गिणिया जाएगा, दोषियां दा महान दोषी, दोषी दोष करे पर वाहिगुरू दा बिरद है नानक निर्गुण गुण करे, गुणवंतियां गुण दे, उसका बिरद है। सो मंगण तो पहले 100 बार सोचिए की मंग रहा, कि मेरी इच्छा सारिया इच्छावां नू मार देवेगी। जे गुरु साहब कह रहे हैं राजा बन के भी मेरी इच्छा नहीं मुकत होएगी, नहीं तृपत होएगी, तो फिर मैं कुछ ना मंगा। सुखमनी साहब बीबियां नू कंठागर हुंदा है, सगल सृष्ट को राजा दुखिया। सुखी किवें होएगा? हर का नाम जपत होए सुखिया। जां फिर होर शब्द पढ़ ली है, सुख नाही बहुते धन खाटे, सुख नाही पेखे नृत नाटे, सुख नाही बहु देश कमाए, सर्व सुखा हर हर गुण गाए। सो मंगिए ऐसी ऐसी चीज़ मंगिए जड़ी इको मंगिए तो सब कुछ पूरा हो जाए। सब कुछ किवें पूरा होएगा? दोबारा पढ़ लीए, सब्बे इच्छा पूरियां जा पाया अगम अपार। फिर चेते रखिए अपना मकसद आन दा भई प्रापत मानुख दे हुरिया गोबिंद मिलन की। लिखिया नौकरी मिलन दी है तेरी वरिया, चंगे बच्चे सैटल कराने दी तेरी वारी है, चंगी कोठी बनाने दी तेरी वारी है। वो लिखा गोबिंद नूं मिलण दी तेरी वारी है। ते गोबिंद नूं मिलना है, किवें मिलना है? मन साचा मुख साचा सोए अवर ना पेखै, एकस बिन कोय नानक ए लक्षण ब्रह्म ज्ञानी। ते ब्रह्म ज्ञानी आप परमेश्वर, परमेश्वर नाल एकमिक होना है, मकसद ही ये है। विछोड़ा पैंदा है। गुरु साहब चमकौर बुद्धि चंद की गढ़ी विच जाते हैं, शाम रहरास के दीवान सजते हैं। गुरु साहब सैनापतियों को आगाह कर देंगे हैं सवेरे नूं जंग लगना है, अलर्ट हो जाओ। 250 निकले सन, केवल 40 पहुँचे, नाल 2 साहिबजादे ते गुरु साहब। सामने 10 लाख का हजूम फिर खड़ा है। 8 पोह की सवेर नूं मार काट शुरू होंदी है। गुरु साहब 3 प्यारिਆਂ ਨੂੰ सैनापति थापदे हैं, भाई हिम्मत सिंह, भाई मोहकम सिंह, भाई साहिब सिंह। ये तीनों सैनापति एक एक बार 5-5 ਸਿੰਘਾਂ ਦਾ जत्था लैके गढ़ी तो बाहर निकलते हैं, बड़ी मार करते हैं। चौथे जत्थे लिए तैयार ने साहिबजादा अजीत सिंह। भाई दया सिंह बांह पकड़ लेंगे, नहीं जान देंगे। गुरु गोबिंद सिंह साहब तो बाद पंथ तुसी सामना है, नहीं जाओ तुसी। साहिबजादा अजीत सिंह पातशाह कोल चले जाते हैं, गुरु साहब जान की इजाजत है? दया सिंह रोक देन, कहते हैं भरावां दा प्यार अजीत सिंह बड़ा हुंदा, तू जा, भरा है ना तेरा। गुरु साहब तुहाडे साहिबजादे ने, ना जान दिओ। दया सिंह ये दस दे इधर खड़ा कौन मेरा साहिबजादा नहीं है। फिर रोक ले, सारे ही साहिबजादे ने। अजीत सिंह नूं गुरु साहब बुलाते हैं, कहते हैं मैं सोच रहा सी कि पंथ की बेड़ी डगमगा रही है, इसनूं कौन मला पार लगाएगा, तू मैनू दिख ते रहा सी।
अज तू आपे कह दिता चले जा, गंजे शहीदा में लिख रहा है जोगी अल्लाह यार खान, बेटा थे तुम ही पंथ के बेड़े के खवैया, सर भेंट करो ताकि धर्म की चले नैया, ख्वाहिश है तुम्हें तीर चलाते हुए देखें, हम आंख से बरछी तुम्हें खाते हुए देखें। ये पिता दी ख्वाहिश है। 17 साल के लड़के नूं देख के कह रहे हैं कि मैं चाह रहा कि तेरे सीने विच बरछा वजे तो मैं वेखां, ये मेरी ख्वाहिश है। साड़ी की ख्वाहिशां ने जवान बच्चों नूं लैके, एक बार सोच लीए। अजीत सिंह जा रहे हैं, गुरु साहब बांह पकड़ते हैं, अजीत सिंह तेरे वर्गा पुत्र अज तक दुनिया ने नहीं पैदा किया, तेरे वर्गा चंगा पुत्र नहीं पैदा हो सकता, पर मेरी एक ख्वाहिश दिल विच रह गई। अजीत सिंह की पिताजी, मैं चाहता सी तेरा ब्याह हो जाए, एक ख्वाहिश तू अधूरी छोड़ के जा रहे हैं मेरी। पिताजी अज मैं जा ते रहा, ख्वाहिश अधूरी नहीं छोड़ांगा। किवें? अज तुसी देख लेना मेरा घोड़ा जंग के मैदान में इवें नचेगा जिवें बरात में लाड़े का घोड़ा नचदा है। अज नहीं जंगी घोड़ा नचेगा, मैं ब्याह करने जा रहा। वोटी केड़ी होवेगी? गुरु साहब मौत नूं लाड़ी बनांगा ते ब्याह के दादे कोल जावांगा, तुसी आओगे देख लेना ब्याया मिलांगा मैं। जा रहे हैं अजीत सिंह, अजीत सिंह जा ते रहे हैं, हार खा के वापस ना मुड़ी। अजीत सिंह कह देंगे नाम का अजीत हूं, जीता नहीं जाऊंगा, यदि जीता भी गया तो वापस जीता नहीं आऊंगा। देख रहे हैं गुरु साहब अटारी तो अजीत सिंह लड़ रहे हैं, घमासान का जंग हो रहा है, इतना घमासान का जंग कि मुगलों में भगदड़ मच जाती है। शहजादा ए जी जहां ने भागड़ सी मचा दी, ये फौज भगा दी तो कभी वो फौज भगा दी, बढ़ चढ़ के तवक से आज जो शुजात दी, किले से वहीं खड़े गुरु ने बच्चे को निदा दी। निदा मतलब आवाज की, आवाज दी, शाबाश पिसर खूब दलेरी से लड़े हो। देख रहा गुरु लड़का लड़ रहा, शाबाश पिसर खूब दलेरी से लड़े हो, हाँ क्यों ना हो गोबिंद के फरजंद जो बड़े हो। दूसरे जत्थे लई तैयार ने साहिबजादा जुझार सिंह। दया सिंह कहते हैं अजीत सिंह तो चला गया, तुहानू तो 35 जंग दे पता नहीं 14 साल, तुसी नहीं जाओ। वो कहते हैं माना कि भाई की तरह तलवार चलाना नहीं आता, शमशीर चलानी, नेजा चलाना, खंजर चलाना हमें नहीं आता। यकीन इतना रखें कि शमशीर पर गला रखा के हमें मरना जरूर आता है। इन्ना मैनू आंदा है। गुरु साहब मैनू जान दो, गुरु साहब आपे तैयार कर देन साहिबजादा जुझार सिंह नू 14 साल का। एक बार निगाह मार लेना 14 साल का बच्चा दिखता किवें है ते उस लई साडे की भाव हुंदे हैं। गुरु साहब आपे तैयार कर रहे हैं साहिबजादा जुझार सिंह नू। भर्राई सी आवाज से बोले गुरु गोबिंद सिंह, बड़े नाजों से था तुम्हें पाला। बोले गुरु गोबिंद सिंह, उस नन्हे से जाबाज से बोले गुरु गोबिंद सिंह की बोले, लो आओ तने पाक पे हथियार सजा दें, छोटी सी कमान नन्ही सी तलवार सजा दें, हम देते हैं खंजर तुम शमशीर समझना, नेज़े की जगह दादा का तुम तीर समझना, जितने भी इससे मरे उन्हें बेपीर समझना, जब जख्म आए तो होना नहीं दिलगीर समझना। आगे गुरु साहब लिख दें, जब तीर कलेजे में लगे सी नहीं करना। 14 साल का लड़का है, केवल 14 साल का। कह रहे चेते रखी तेरा दादा शहीद होया, धर्म हेत साका जिन किया, सीस दिया पर सिरर ना दिया, साधन हेत इत्ती जिन करी, सीस दिया पर सी ना उचरी। दादे ने सी नहीं उचरी सी, दलेरी नाल शहीद होया सी। मैं किसी दे मूहों ये ना सुन लवां कि जुझार सिंह रोया जांदे होए। जब जख्म कलेजे में लगे सी नहीं करना, उफ मुंह से मेरी जान कभी नहीं करना। ना करें जुझार सिंह, दादे दी पग नूं दाग ना लाई। 14 साल चेते रखिए, 14 साल।
लो जाओ सिधारो तुम्हें अल्लाह को सौंपा, मर जाओ या मारो तुम्हें अल्लाह को सौंपा, पर रब को ना बिसारो तुम्हें अल्लाह को सौंपा। वाहिगुरु तुम्हें अब जंग की हिम्मत बख्शें, प्यासे हो जामे शहादत तुम्हें बख्शें। प्यास बुझाने का तरीका शहादत बख्शन। साहिबजादा जुझार सिंह भी शहादत दा जाम पी जाते हैं। मुगल हैरान हो जाते हैं, छोटा जा तिफल भेज दिता है, तीले वर्गा मुंडा जिसके चेहरे ते दाड़ा भी नहीं। कैसा गुरु है, इतना निडर, इतना निर्मोह, इतना बेपरवाह। अपने दोए लड़के भेज दिते हैं, बाकी दो कित्थे ने उसकी खैर खबर कोई नहीं। पर साहिबजादा जुझार सिंह ने भी बड़ी मारकाट की थी, 10-20 को जख्मी किया, 10-20 को मारा। एक हमले में इस एक ने 21 को मारा, खन्नास को मारा, इबलीस को मारा। गुल मच गया, इस एक ने 40 को मारा। डर गए मुगल, बच बच के लड़ो गोविंद के पिसर से, ये नीमचा लाए हैं गुरु की कमर से। बच बच के लड़ो इस तो। शहादत दा जाम पी जाते हैं साहिबजादा जुझार सिंह। हर सिंह की शहादत तो बाद गुरु साहब एक जयकारा छड़ते सी। अपने साहिबजादे शहीद होए तो 5 जयकारे। सिखा ने पूछ लिया कादी खुशी चढ़ी ने, कादी खुशी चढ़ी जे इतनी 5 जयकारे। गुरु साहब कहते किसी के सिर ते करजा होवे, करजा उतर जावे ते जो खुशी उसनों चढ़ती है, वो खुशी अज मैनू चढ़ी है। केड़ा करजा सी? करजा सी वाहिगुरु ने 4 अनमोल हीरे दिते सन, अज 2 अनमोल हीरे हू बहू वाहिगुरु ने ब्याज सहित लै लेन। इस चीज़ की खुशी चढ़ी है तो 5 जयकारे मैं छड़ रहा। गुरबाणी दा गुरबाणी दा ओ शब्द पढ़ दिंदे हन, पराई अमान क्यों रखी है, दित्ती हूँ सुख होए। पराई अमानत सी अदा होई, शुक्रगुजार हुआ अकाल पुरख तेरा, जे 2 मेरे सामने नहीं ने वो भी इस तरह चले जाए। ये अरदास है मेरी। किला गुरु साहब कह रहे हैं कि अगला जत्था लैके मैं जाना है। सिंह बेनती करते हैं कि तुसी नहीं जाओ, तुसी किला छोड़ दो। दया सिंह कहते हैं गुरु साहब तुहाडे कर कमलों की, तुहाडे असीस आशीर्वाद की सिख पंथ नूं बड़ी लोड़ है, तुसी किला छड्ड दिओ। गुरु साहब कहते नहीं दया सिंह, तुसी सिख बड़े हो, खालसा रूप हो, तुसी दोबारा सिख पंथ बना लेना। दया सिंह बेनती करते हैं गुरु साहब साडे वर्गे करोड़ भी बन जान ना, एक गुरु गोबिंद सिंह नहीं बनता, तो तुसी एक भी इत्थे चले जाओगे साडे वर्गे करोड़ बना लोगे, तुसी चले जाओ। पंज सिंघां दी बेनती उपर गुरु साहब किला ते छड्डदे ने। अजीत सिंह दी लाश देख के दया सिंह कमर कस्सा खोल के ढक रहे हुंदे न ते पातशाह रोक लैंदे न, इतना कपड़ा है कि मेरे सारे लाला नूं ढक दे ते अजीत सिंह नूं ढकी, नहीं ते ना ढकी। गुरु साहब इल इन्हां दा मांस नोच लेगी, कीड़ियां इन्हां दा मांस खुड विच लै जाणगियां। गुरु साहब कहंदे न दया सिंह इला मांस नोच नोच के जदों आकाश विच लैके जाणगियां, सिख पंथ दे झंडे आकाश तक झुलणगे। नोच लैण दे मांस, कीड़ियां मांस नोच नोच के खुड्डां विच लैके जाणगियां, सिख पंथ दियां जड़ां पताल विच लगान देणगियां। कीड़ियां नूं नोच लैण दे मांस ना टकी। कहते बड़े खुशकिस्मत सी कि ये इत्थे शहादत दा जाम पी गए। इच्छा मेरी भी सी पर तुहाडे हुक्म करके मैं आ गया हाँ। अदीब लिखदा है, कलगीधर कहंदे हन, मेरी रूह भी इस मौत नूं लोचदी रही पर मैं हुक्म बुझा के आ गया हाँ। लोकी कहणगे कहण लख वार मैनू कि मैं पुत मरवा के आ गया हाँ। मैनू परवाह नहीं जग चाहे सारा, बेशक मैनू जंग दा चोर समझे, पर मैं ये ना सुना कि गुरु गोबिंद सिंह ने सिंह होर समझे ते पुत होर समझे। ये कलगीधर दा बिरद है कि जिथे पुत्तां नूं रखिया सानू उस तो बहुत उच्ची जगह दिती है। चेते रखिए आखिरी जंग जदों गुरु साहब ने लड़िया, ये इतिहास अज दा विषा नहीं पर मैं दस देवां सिखां नूं किवें पुत्तां तो भी उपर रखिया है। जदों आखिरी जंग गुरु साहब लड़ रहे ने ना,
ਤਾਂ ਮਹਾ ਸਿੰਘ ਜਿਹੜਾ ਬੇਦਾਵਾ ਲਿਖ ਗਿਆ ਸੀ, ਉਸਦੇ ਸਵਾਸ ਉਹਨੇ ਬੱਚੇ ਨੇ ਇਤਿਹਾਸ ਅਸੀਂ ਸੁਣਿਆ ਹੈ। ਤੇ ਮਹਾ ਸਿੰਘ ਦੇ ਕੋਲ ਗੁਰੂ ਸਾਹਿਬ ਜਾਂਦੇ ਨੇ, ਸ਼ਹੀਦ ਮਰਦੇ ਮਹਾ ਸਿੰਘ ਨੂੰ ਆਪਣੇ ਗੋਦੀ ਤੇ ਰੱਖ ਲੈਂਦੇ ਨੇ। ਮੈਂ ਦੇਖਿਆ ਅਜੀਤ ਸਿੰਘ ਪਿਆ ਹੈ, ਉਸ ਨੂੰ ਦੇਖਦੇ ਵੀ ਨਹੀਂ ਨੇ, ਉਸ ਦੀ ਲਾਸ਼ ਦੇ ਕੋਲੋਂ ਨਿਕਲ ਜਾਂਦੇ ਨੇ। ਪੁੱਤਰ ਦਾ ਕੋਈ ਪਿਆਰ ਨਹੀਂ, ਪਰ ਇੱਕ ਸਿੱਖ ਨੂੰ ਇੰਨਾ ਪਿਆਰ ਕਿ ਉਸ ਨੂੰ ਚੁੱਕ ਕੇ ਗੋਦ ਵਿੱਚ ਰੱਖ ਲੈਂਦੇ ਨੇ। ਸਾਨੂੰ ਪੁੱਤਾਂ ਤੋਂ ਵੀ ਕਈ ਉੱਪਰ ਦਰਜਾ ਦਿੱਤਾ ਹੈ। ਪਰ ਫਿਰ ਮੈਂ ਦੇਖਾਂ ਕਿ ਉਸ ਉਂਗਲ ਦੇ ਅੱਗੇ ਮੈਂ ਬੈਠਿਆ ਹਾਂ ਜਿਹੜੀ ਉਂਗਲ ਕਹਿ ਰਹੀ ਹੈ ਕਿ ਇਨ ਪੁੱਤਰਨ ਕੇ ਸੀਸ ਪਰ। ਕੀ ਮੇਰਾ ਇਤਨਾ ਜਿਗਰਾ ਹੈ ਕਿ ਮੈਂ ਕਹਿ ਦੇਵਾਂ 10 ਲੱਖ ਦੇ ਅੱਗੇ ਖੜਾ ਹੋ ਜਾਵਾਂਗਾ? ਜੇ ਨਹੀਂ ਤੇ ਉਸ ਉਂਗਲ ਦੇ ਅੱਗੇ ਮੈਂ ਬੈਠਿਆ ਹੀ ਨਹੀਂ, ਮੁਆਫ ਕਰਨਾ, ਨਹੀਂ ਬੈਠਿਆ। ਇਧਰੋਂ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ 'ਚ ਨਿਕਲ ਜਾਂਦੇ ਨੇ। ਬੜਾ ਲੰਮੇਰਾ ਇਤਿਹਾਸ। ਛੋਟੇ ਸਾਹਿਬਜ਼ਾਦੇ 7 ਪੋਹ ਦੀ ਰਾਤ ਨੂੰ ਕੁੰਮਾ ਮਾਸ਼ਕੀ ਦੀ ਝੁੱਗੀ, 8 ਪੋਹ ਦੀ ਰਾਤ ਨੂੰ ਗੰਗੂ ਦੇ ਪਿੰਡ ਸਹੇੜੀ ਉਸਦੇ ਘਰ, 9 ਪੋਹ ਗੰਗੂ ਸ਼ੋਰ ਪਾ ਕੇ ਇਹਨਾਂ ਨੂੰ ਮਰਿੰਡੇ ਕੋਤਵਾਲ ਦੇ ਕੋਲ ਭਿਜਵਾ ਦਿੰਦਾ ਹੈ। ਅਸੀਂ ਬੜੇ ਆਸਾਨੀ ਨਾਲ ਕਹਿੰਦੇ ਆ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਮੈਂ ਅਰਜ਼ ਕਰ ਦੇਵਾਂ, ਇਹ ਸ਼ਹਾਦਤਾਂ, ਇਹ ਤਸ਼ੱਦਦਾਂ ਦਾ ਸਫ਼ਰ ਮਰਿੰਡੇ ਕੋਤਵਾਲੀ ਚੋਂ ਹੀ ਸ਼ੁਰੂ ਸੀ। ਕਿਵੇਂ? ਜਦੋਂ ਗੰਗੂ ਦੇ ਘਰ ਚੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ ਸਨ, ਉਹਨਾਂ ਦੇ ਜੋੜੇ ਉੱਥੇ ਹੀ ਉਤਰਵਾ ਦਿੱਤੇ ਸਨ। ਠੰਡ ਨਾਲ ਮਰੋ ਤੁਸੀਂ। ਪੈਦਲ ਕੰਡਿਆਲੇ ਰਸਤੇ 'ਚ ਉਹਨਾਂ ਨੂੰ ਪੈਦਲ ਤੋਰਿਆ ਗਿਆ। 85 ਸਾਲ ਦੀ ਮਾਂ ਨੂੰ ਵੀ, 7 ਔਰ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਵੀ। ਮਰਿੰਡੇ ਕੋਤਵਾਲ ਜਾਨੀ ਖਾਨ ਤੇ ਮਾਨੀ ਖਾਨ ਨੇ ਲੈ ਗਿਆ। 10 ਪੋਹ ਨੂੰ ਇਹ ਸ਼ਾਮ ਤੱਕ ਠੰਡੇ ਬੁਰਜ ਵਿੱਚ ਪਹੁੰਚਾ ਦਿੰਦਾ ਹੈ। 10 ਪੋਹ ਦੀ ਸ਼ਾਮ ਰਹਿਰਾਸ ਸਾਹਿਬ ਦਾ ਪਾਠ ਠੰਡੇ ਬੁਰਜ ਵਿੱਚ ਕਰਦੇ ਨੇ। ਇਹ ਉਹ ਬੁਰਜ ਹੈ ਜਿਸ ਵਿੱਚ ਗਰਮੀਆਂ ਵਿੱਚ ਵੀ ਕੜਾਕੇ ਨਿਕਲ ਜਾਂਦੇ ਸੀ। ਸੋਚੋ ਸਿਆਲ ਦੀ ਪੋਹ ਦੀ ਉਹ ਰਾਤ, ਠੰਡ ਦਾ ਕੀ ਹਾਲ ਹੋਵੇਗਾ ਜਦੋਂ ਸਾਹਿਬਜ਼ਾਦਿਆਂ ਦੇ ਪੈਰ ਵਿੱਚ ਜੋੜੇ ਵੀ ਨਹੀਂ, ਗਰਮ ਕੱਪੜੇ ਵੀ ਨਹੀਂ, ਕੋਈ ਗਦੇਲਾ, ਰਜ਼ਾਈ ਜਾਂ ਕੰਬਲ ਵੀ ਕੋਈ ਨਹੀਂ, ਕੇਵਲ ਮਾਂ ਦੀ ਛਾਤੀ ਹੈ ਨਿੱਘ ਦੇਣ ਲਈ। ਮਾਂ ਵੀ 85 ਸਾਲ ਦੀ ਠੰਡੇ ਬੁਰਜ ਵਿੱਚ ਰੱਖਿਆ ਵੀ ਇਸ ਕਰਕੇ ਗਿਆ ਕਿ ਠੰਡ ਨਾਲ ਹੀ ਘਬਰਾ ਕੇ ਕਿਧਰੇ ਛੋੜ ਦੇਣ ਧਰਮ। ਵਜ਼ੀਰ ਖਾਨ ਨੇ ਕੈਦ ਕਿਉਂ ਕੀਤਾ ਸੀ, ਇਹ ਵੀ ਸੁਣ ਲਈਏ। ਵਜ਼ੀਰ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇ ਨਹੀਂ ਪਕੜ ਸਕਿਆ। 10 ਲੱਖ ਦਾ ਹਜ਼ੂਮ ਵੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਪਕੜ ਸਕਿਆ। ਹੁਣ ਔਰੰਗਜ਼ੇਬ ਦੇ ਅੱਗੇ ਜਵਾਬਦੇਹੀ ਸੀ ਕਿ ਇਤਨੀ ਫੌਜ ਵੀ ਮਰਵਾ ਦਿੱਤੀ, ਭੁੱਖਮਰੀ ਨਾਲ ਵੀ ਮਰੇ, ਸਿੰਘਾਂ ਨੇ ਫੌਜ ਦਾ ਖਾਤਮਾ ਕਰ ਦਿੱਤਾ, ਲੱਖਾਂ ਸਿਪਾਹੀ ਮਰ ਗਏ, ਇੱਕ ਗੁਰੂ ਨਾ ਪਕੜ ਸਕਿਆ ਤੂੰ। ਮੁੱਠੀ ਭਰ ਸਿੰਘ 40 ਰਹਿ ਗਏ। ਜ਼ਫਰਨਾਮੇ ਵਿੱਚ ਗੁਰੂ ਮੈਨੂੰ ਲਿਖ ਕੇ ਦੇ ਗਿਆ ਕਿ 40 ਦੇ ਅੱਗੇ 10 ਲੱਖ ਦੀ ਫੌਜ ਖੜੀ ਸੀ, ਇੱਕ ਗੁਰੂ ਨਾ ਪਕੜ ਸਕਿਆ। ਵਜ਼ੀਰ ਖਾਨ ਦੀ ਜਵਾਬਦੇਹੀ ਹੋਣੀ ਸੀ। ਉਹ ਜਵਾਬਦੇਹੀ ਤੋਂ ਡਰਦੇ ਇਸਨੇ ਕਿਹਾ ਸਾਹਿਬਜ਼ਾਦੇ ਮਾਰ ਦੇਵਾਂ, ਇਹਨਾਂ ਦੀ ਲਾਸ਼ਾਂ ਹੀ ਔਰੰਗਜ਼ੇਬ ਦੇ ਕਦਮਾਂ ਤੇ ਰੱਖ ਦੇਵਾਂ ਕਿ ਚਲੋ ਗੁਰੂ ਦੇ ਲੜਕੇ ਤੇ ਪਕੜ ਸਕਿਆ। 11 ਪੋਹ ਨੂੰ ਪਹਿਲੀ ਕਚਹਿਰੀ। ਵਜ਼ੀਰ ਖਾਨ ਕਾਜ਼ੀ ਨੂੰ ਕਹਿੰਦਾ ਇਹਨਾਂ ਦੇ ਨਾਮ ਤੇ ਫਤਵਾ ਜਾਰੀ ਕਰੋ, ਇਹਨਾਂ ਨੂੰ ਮਾਰ ਦਿਓ। ਕਾਜ਼ੀ ਕਹਿੰਦਾ ਇਸਲਾਮ ਧਰਮ, ਕੁਰਾਨ ਤੇ ਹਦੀਸਾਂ ਸਾਨੂੰ ਇਜਾਜ਼ਤ ਨਹੀਂ ਦਿੰਦੀਆਂ ਕਿਸੇ ਬਜ਼ੁਰਗ ਦਾ, ਕਿਸੇ ਬੱਚੇ ਦਾ ਜਾਂ ਕਿਸੇ ਔਰਤ ਦਾ ਖੂਨ ਡੋਲਣਾ। ਮੈਂ ਫਤਵਾ ਨਹੀਂ ਦੇ ਸਕਦਾ। ਫਿਰ ਉਹ ਕਹਿੰਦਾ ਚਲੋ ਇਹਨਾਂ ਨੂੰ ਲਾਲਚ ਦਈਏ, ਤੁਹਾਨੂੰ ਕੀਮਤੀ ਡੋਲਿਆਂ ਵਿੱਚ ਬਿਠਾਵਾਂਗੇ, ਕੀਮਤੀ ਮਹਿਲ ਦਿਆਂਗੇ, ਅੱਛੇ ਰੱਥ ਘੋੜੇ ਦਿਆਂਗੇ, ਦੀਨ ਕਬੂਲ ਲਓ, ਸਾਡੇ ਧਰਮ ਕਬੂਲ ਲਓ। ਹੱਸ ਕੇ ਕਹਿੰਦੇ ਹਨ ਕਿਹੜੇ ਦਾਦੇ ਦੇ ਲੜਕਿਆਂ ਤੂੰ ਭੁੱਲ ਗਿਆ, ਕਿਸੇ ਹੋਰ ਦੇ ਧਰਮ ਲਈ ਉਹ ਆਪਣਾ ਸਿਰ ਕਟਵਾਣਾ ਤੇ ਮਨਜ਼ੂਰ ਸਮਝਦੇ ਨੇ, ਪਰ ਤੇਰਾ ਦੀਨ ਨਹੀਂ ਕਬੂਲਣ ਦਿੰਦੇ ਕਿਸੇ ਹੋਰ ਦੇ ਧਰਮ ਨੂੰ। ਸਾਨੂੰ ਕਹਿ ਰਹੇ ਕਿ ਅਸੀਂ ਕਬੂਲ ਲਈਏ, ਹੋਸ਼ ਵਿੱਚ ਗੱਲ ਕਰ, ਅਸੀਂ ਕਿਸ ਦੇ ਲੜਕੇ ਹਾਂ। ਬੜਾ ਗੁੱਸਾ ਹੁੰਦਾ ਹੈ ਵਜ਼ੀਰ ਖਾਨ। ਇਤਨੀ ਵੱਡੀ ਬੇਇੱਜ਼ਤੀ ਕਿ ਛੋਟਾ ਦਰਵਾਜ਼ਾ ਖੋਲਿਆ, ਉਸ ਵਿੱਚ ਵੀ ਪਹਿਲੇ ਪੈਰ ਕੱਢੇ, ਸਿਰ ਨਹੀਂ। ਇਤਨੀ ਵੱਡੀ ਬੇਇੱਜ਼ਤੀ ਕਿ ਸੁੱਚਾਨੰਦ ਨੇ ਕਿਹਾ ਸੱਪ ਦੇ ਬੱਚੇ ਸਪੋਲੀਆ ਤੇ ਕਿਰਪਾਨ ਆਪਣੀ ਮਿਆਨ ਚੋਂ ਕੱਢ ਲਈ ਸੀ ਜ਼ੋਰਾਵਰ ਸਿੰਘ ਹੋਰਾਂ ਨੇ। ਇਤਨੀ ਬੇਇੱਜ਼ਤੀ 9 ਸਾਲ ਦਾ ਲੜਕਾ ਹੋਵੇ 70 ਸਾਲ ਦੇ ਵਜ਼ੀਰ ਖਾਨ ਉੱਪਰ ਤਲਵਾਰ ਚੁੱਕ ਦੇਵੇ, ਕਿੱਧਰ ਬਰਦਾਸ਼ਤ ਕਰਨੀ ਸੀ। ਦੁੰਨਾ ਸਿੰਘ ਹੰਡੂਰੀਆ ਇੱਕ ਸਮਕਾਲੀ ਇਤਿਹਾਸਕਾਰ ਹੋਇਆ, ਉਹ ਲਿਖਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਪਹਿਲੀ ਕਚਹਿਰੀ ਵਿੱਚ ਬੈਂਤਾਂ ਨਾਲ ਮਾਰਿਆ ਗਿਆ। ਬੈਂਤ ਇੱਕ ਬਹੁਤ ਪਤਲੀ ਲੱਕੜ ਹੁੰਦੀ ਹੈ ਜਿਹੜੀ ਇੱਕ ਵਾਰ ਸਰੀਰ 'ਚ ਵੱਜ ਜਾਵੇ, ਜਿੱਥੇ ਵੱਜੇ ਉੱਥੇ ਮਾਸ ਗਾਇਬ ਹੋ ਜਾਂਦਾ ਹੈ, ਕੇਵਲ ਹੱਡੀ ਦਿਖਦੀ ਹੈ। ਫਿਰ ਸਾਹਿਬਜ਼ਾਦਿਆਂ ਨੂੰ ਬੈਂਤਾਂ ਨਾਲ ਉਦੋਂ ਤੱਕ ਮਾਰਿਆ ਗਿਆ ਜਦੋਂ ਸਰੀਰ ਦਾ ਕੋਈ ਹਿੱਸਾ ਨਾ ਰਿਹਾ ਜਿੱਥੇ ਸੋਜ਼ਿਸ਼ ਨਾ ਆਈ ਹੋਵੇ। ਅੱਜ ਮਾਂ ਕੋਲ ਭੇਜ ਦਿੰਦੇ ਨੇ ਵਾਪਸ, ਤੇ ਮਾਂ ਗੁਜਰੀ ਨੂੰ ਪਛਾਣ ਹੀ ਨਹੀਂ ਆ ਰਹੀ, ਇਹ ਬੱਚੇ ਭੇਜੇ ਸਨ ਮੈਂ ਸਵੇਰੇ, ਇਹ ਤੇ ਹੋਰ ਹੀ ਕੁਝ ਰੂਪ ਲੈ ਕੇ ਆ ਗਏ ਨੇ। ਨੀਲੇ ਹੋਏ ਪਏ ਬੱਚੇ,
ਜ਼ਖਮ ਦੇ ਨਾਲ ਸਰੀਰ ਭਰਿਆ ਹੋਇਆ। ਮਾਂ ਗੋਦ ਵਿੱਚ ਬਿਠਾਉਂਦੀ ਹੈ। ਸਾਹਿਬਜ਼ਾਦਾ ਫਤਿਹ ਸਿੰਘ ਕਹਿੰਦੇ ਨੇ, ਮਾਂ ਜੀ ਬਹੁਤ ਮਾਰਿਆ ਅੱਜ। ਜ਼ੋਰਾਵਰ ਸਿੰਘ ਕਹਿੰਦੇ ਨੇ, ਮਾਂ ਲਿਹਾਜ਼ ਹੀ ਨਹੀਂ ਕੀਤਾ, ਮਾਰੀ ਗਏ, ਸਵੇਰ ਦੇ ਮਾਰੀ ਜਾ ਰਹੇ ਸਨ, ਸ਼ਾਮ ਤੱਕ ਮਾਰੀ ਗਏ, ਰੋਟੀ ਵੀ ਨਾ ਦਿੱਤੀ, ਮਾਰੀ ਗਏ। ਧੰਨ ਹੈ ਉਹ ਮਾਂ ਜਿਹੜੀ ਬੱਚਿਆਂ ਨੂੰ ਕਹਿ ਰਹੀ ਹੈ, ਬੱਚੇ ਆਰੇ ਨਾਲ 2 ਫਾੜ ਤੇ ਨਹੀਂ ਕੀਤਾ ਹੁਣੇ? ਕਹਿੰਦੇ ਨਹੀਂ ਮਾਂ, ਕਹਿੰਦੇ ਫਿਰ ਕੁਛ ਵੀ ਨਹੀਂ ਮਾਰਿਆ। ਧੰਨ ਹੈ ਸਿਦਕ ਮਾਂ ਦਾ। ਬੇਟਾ ਰੂਹ ਵਿੱਚ ਸਾੜ ਤੇ ਨਹੀਂ ਦਿੱਤਾ? ਨਹੀਂ ਮਾਂ, ਤੇ ਫਿਰ ਕੁਛ ਵੀ ਨਹੀਂ ਮਾਰਿਆ। ਚਾਂਦਨੀ ਚੌਂਕ ਵਿੱਚ ਦਾਦੇ ਦਾ ਸਿਰ ਉਤਾਰ ਦਿੱਤਾ ਸੀ, ਤੁਹਾਡਾ ਉਹਨੇ ਸਿਰ ਤੇ ਨਹੀਂ ਉਤਾਰਿਆ? ਨਹੀਂ ਮਾਂ, ਤੇ ਬੱਚੇ ਕੁਛ ਵੀ ਨਹੀਂ ਮਾਰਿਆ। ਇੱਕਦਮ ਚੜ੍ਹਦੀ ਕਲਾ ਵਿੱਚ ਆ ਜਾਂਦੇ ਨੇ। ਅੱਛਾ ਮਾਂ ਕੁਛ ਵੀ ਨਹੀਂ ਮਾਰਿਆ? ਕੁਛ ਵੀ ਨਹੀਂ ਮਾਰਿਆ। ਕੱਲ ਨੂੰ ਹੋਰ ਮਾਰਨਗੇ, ਪਰ ਤੁਹਾਡੇ ਤੇ ਇੰਨੇ ਤਸੀਹੇ ਨਹੀਂ ਕਰ ਸਕਦੇ ਜਿੰਨੇ ਮਤੀ ਦਾਸ ਤੇ ਕਰ ਚੁੱਕੇ ਹਨ। 2 ਸਰੀਰ ਫਾੜ ਦਿੱਤੇ ਹਨ। ਸਤੀ ਦਾਸ ਤੇ ਕਰ ਗਏ, ਰੂਹ ਵਿੱਚ ਸਾੜ ਦਿੱਤਾ ਹੈ। ਦਿਆਲ ਦਾਸ ਨੂੰ ਜ਼ਿੰਦੇ ਉਬਾਲ ਦਿੱਤਾ ਹੈ। ਤੁਹਾਡੇ ਤੇ ਇਤਨੇ ਤਸੀਹੇ ਨਹੀਂ ਕਰਨਗੇ, ਕੁਛ ਵੀ ਨਹੀਂ ਮਾਰਨਗੇ। ਤੇ ਜੇ ਇਤਨਾ ਮਾਰਿਆ ਵੀ ਨਾ, ਤੇ ਮੈਂ ਤੁਹਾਨੂੰ ਫਲ ਦੱਸਾਂ ਕੀ ਮਿਲੇਗਾ? ਕੀ ਮਿਲੇਗਾ? ਦਾਦੇ ਦੀ ਗੋਦ ਮਿਲੇਗੀ। ਚਾਹੀਦੀ ਹੈ? ਹਾਂ ਮਾਂ, ਹੁਣ ਤੇ ਰੇਜ਼ਾ ਵੀ ਕਰ ਦੇਣ, ਅਸੀਂ ਨਹੀਂ ਸੀ ਕਰਾਂਗੇ। ਬੱਚੇ ਦਾਦੇ ਦਾ ਸਿਰ ਮੇਰੇ ਕੋਲ ਆਇਆ ਸੀ, ਅਸੀਂ ਅਰਦਾਸ ਕੀਤੀ ਸੀ, ਤੁਹਾਡੀ ਤਾਂ ਨਿਭ ਗਈ, ਸਾਡੀ ਵੀ ਨਿਭ ਜਾਵੇ। ਦੇਖਣਾ ਕੱਲ ਦਾਦੇ ਦੀ ਪੱਗ ਨੂੰ ਦਾਗ ਨਾ ਲਗਾ ਦੇਣਾ। ਦੂਸਰੀ ਕਚਹਿਰੀ 12 ਪੋ ਦੀ। ਅੰਮ੍ਰਿਤ ਵੇਲਾ ਮਾਂ ਆਪ ਸੰਭਾਲਦੀ ਹੈ ਬੱਚਿਆਂ ਨਾਲ, ਨਿਤਨੇਮ ਕਰਾ ਕੇ ਸਿਪਾਹ ਸਲਾਰ ਆਉਂਦੇ ਨੇ, ਉਹਨਾਂ ਨਾਲ ਤੋਰਦੀ ਹੈ। ਦੂਸਰੀ ਕਚਹਿਰੀ ਅੱਜ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਵਜ਼ੀਰ ਖਾਨ ਨੇ। ਇਹ ਸ਼ੇਰ ਮੁਹੰਮਦ ਖਾਨ ਦੇ ਭਰਾ ਨਾਹਰ ਖਾਨ ਨੂੰ ਗੁਰੂ ਸਾਹਿਬ ਨੇ 2 ਦਿਨ ਪਹਿਲੇ ਚਮਕੌਰ ਦੀ ਜੰਗ ਵਿੱਚ ਮਾਰਿਆ। ਇਹ ਇਸ ਕਰਕੇ ਬੁਲਾਇਆ ਕਿ ਬਦਲੇ ਦੀ ਅੱਗ ਵਿੱਚ ਸ਼ੇਰ ਮੁਹੰਮਦ ਖਾਨ ਇਹਨਾਂ ਨੂੰ ਮਾਰ ਦੇਗਾ। ਸ਼ੇਰ ਮੁਹੰਮਦ ਖਾਨ ਬੱਚਿਆਂ ਦੀ ਹਾਲਤ ਦੇਖਦਾ ਹੈ, ਇੰਨੇ ਛੋਟੇ, ਉਸਦੀ ਕਮਰ ਤੱਕ ਵੀ ਨਹੀਂ ਬੱਚੇ ਪਹੁੰਚ ਰਹੇ, ਤੇ ਉਸਦੀ ਹਾਂ ਨਿਕਲ ਜਾਂਦੀ ਹੈ, ਤੇ ਕਹਿੰਦਾ ਇਹ ਮਾਸੂਮ ਅਸਤ, ਇਹ ਤੇ ਮਾਸੂਮ ਨੇ, ਇਹਨਾਂ ਨਾਲ ਬਦਲਾ ਕਿਵੇਂ ਲਾਂ? ਸੁੱਚਾਨੰਦ ਕਹਿੰਦਾ ਇਹ ਮਾਸੂਮ ਨੀਸਤ, ਇਹ ਫਰਜ਼ੰਦੇ ਮਾਰਸਤ। ਇਹ ਮਾਸੂਮ ਨਹੀਂ ਨੇ, ਸੱਪ ਦੇ ਬੱਚੇ ਨੇ, ਸਪੋਲੀਏ ਨੇ, ਡੰਗ ਮਾਰਨਗੇ। ਸ਼ੇਰ ਮੁਹੰਮਦ ਖਾਨ ਰੱਬ ਦੀ ਦੁਹਾਈ ਪਾ ਕੇ ਉਹਨਾਂ ਨੂੰ ਸ਼ਰਮਸਾਰ ਹੋ ਕੇ ਚਲੇ ਜਾਂਦਾ ਹੈ ਕਿ ਬਦਲਾ ਲੈਣਾ ਹੋਏਗਾ, ਗੁਰੂ ਗੋਬਿੰਦ ਸਿੰਘ ਨਾਲ ਜੰਗ ਦੇ ਮੈਦਾਨ ਵਿੱਚ ਲਵਾਂਗਾ। ਬੱਚਿਆਂ ਨਾਲ ਬਦਲਾ? ਸ਼ਰਮ ਆਣੀ ਚਾਹੀਦੀ ਹੈ, ਡਰੋ ਖੁਦਾ ਤੋਂ। ਸ਼ੇਰ ਮੁਹੰਮਦ ਖਾਨ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜਾ ਸਤਿਕਾਰ ਦਿੱਤਾ। ਬਾਅਦ ਚੋਂ ਦਮਦਮਾ ਸਾਹਿਬ ਬੁਲਾ ਕੇ ਆਪ ਸਿਰੋਪਾ ਪਾਇਆ। ਮੁਹੰਮਦ ਖਾਨ, ਕਮਾਲ ਹੈ ਤੇਰੀ ਇਸਲਾਮੀਅਤ ਤੇ, ਜਿਸਨੇ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਨੂੰ ਬਚਾ ਲਿਆ। ਸੁੱਚਾਨੰਦ ਕਹਿੰਦਾ ਸੱਪ ਦੇ ਬੱਚੇ ਸਪੋਲੀਆ ਨੇ। ਜ਼ੋਰਾਵਰ ਸਿੰਘ ਇੱਕਦਮ ਗੁੱਸੇ ਵਿੱਚ ਆਉਂਦੇ ਨੇ, ਜ਼ਬਾਨ ਨੂੰ ਲਗਾਮ ਦੇ। ਫਤਿਹ ਸਿੰਘ ਹੱਥ ਪਕੜਦੇ ਨੇ, ਭਾਈ ਸਾਹਿਬ ਗੁੱਸਾ ਕਰਨ ਦੀ ਲੋੜ ਹੀ ਕੋਈ ਨਹੀਂ, ਅਸੀਂ ਸੱਪ ਦੇ ਬੱਚੇ ਹੀ ਹਾਂ। ਕਹਿੰਦੇ ਇਹ ਕਹਿ ਰਹੇ ਹਾਂ ਬਾਪ ਬਾਰੇ? ਕਹਿੰਦੇ ਮੈਂ ਨਹੀਂ ਕਹਿ ਰਿਹਾ, ਪਿਤਾ ਜੀ ਨੇ ਹੀ ਤਾਂ ਕਹਿ ਦਿੱਤਾ ਹੈ। ਅਸੀਂ ਰੋਜ਼ ਜਾਪ ਸਾਹਿਬ ਵਿੱਚ ਪੜ੍ਹਦੇ ਹਾਂ, ਭੁਜੰਗ ਪ੍ਰਿਆਤ ਛੰਦ। ਭੁਜੰਗ ਦਾ ਕੀ ਅਰਥ ਹੈ? ਸੱਪ। ਕਹਿੰਦੇ ਜੇ ਗੁਰੂ ਸਾਹਿਬ ਸਾਨੂੰ ਪਹਿਲੇ ਹੀ ਬਣਾ ਚੁੱਕੇ ਨੇ, ਤੇ ਗੁਰੂ ਸਾਹਿਬ ਦੇ ਸਪੋਲੀਏ ਬਣਨ ਵਿੱਚ ਤੇ ਕੋਈ ਹਰਜ਼ ਨਹੀਂ ਹੈ। ਵਜ਼ੀਰ ਖਾਨ ਨੂੰ ਲਲਕਾਰਦੇ ਹਨ ਸਾਹਿਬਜ਼ਾਦਾ ਫਤਿਹ ਸਿੰਘ, ਸੱਪ ਦੇ ਵਾਰ ਤੋਂ ਤੇ ਇੱਕ ਵਾਰ ਵਜ਼ੀਰ ਖਾਨ ਤੂੰ ਬਚ ਜਾਏਗਾ, ਪਰ ਜੇ ਮਗਰਮੱਛ ਪਕੜ ਲਵੇ ਫਿਰ ਬਚ ਜਾਏਗਾ? ਕਹਿੰਦਾ ਨਹੀਂ। ਕਹਿੰਦੇ ਫਿਰ ਅਸੀਂ ਮਗਰਮੱਛ ਵੀ ਹੁੰਦੇ ਹਾਂ। ਕਹਿੰਦੇ ਉਹ ਕਿਵੇਂ? ਜ਼ੋਰਾਵਰ ਸਿੰਘ ਇਤਿਹਾਸ ਸੁਣਾਉਂਦੇ ਨੇ। ਕਹਿੰਦੇ ਅਸੀਂ ਛੋਟੇ ਛੋਟੇ ਸਾਂ, ਤੇ ਵੱਡੇ ਸਾਹਿਬਜ਼ਾਦਿਆਂ, ਵੱਡੇ ਭਰਾਵਾਂ ਦੀ ਗੱਤਕੇ ਦੀ ਟ੍ਰੇਨਿੰਗ ਸ਼ੁਰੂ ਹੋਣੀ ਸੀ। ਮੇਰੀ ਵੀ ਜਿਸ ਦਿਨ ਟ੍ਰੇਨਿੰਗ ਸ਼ੁਰੂ ਹੋਈ, ਉਸ ਦਿਨ ਫਤਿਹ ਸਿੰਘ ਵੀ ਆ ਗਿਆ ਨਾਲ ਕਿ ਮੈਨੂੰ ਵੀ ਗੱਤਕਾ ਸਿਖਾਓ। ਤੇ ਭਾਈ ਮਾਨ ਸਿੰਘ ਹੋਰਾਂ ਨੇ ਕਿਹਾ ਨਹੀਂ ਫਤਿਹ ਸਿੰਘ, ਤੁਸੀਂ ਬੜੇ ਛੋਟੇ ਹੋ, ਘੋੜੇ ਦੀ ਰਕਾਬ ਤੱਕ ਵੀ ਪੈਰ ਨਹੀਂ ਪਹੁੰਚ ਰਹੇ, ਤੁਸੀਂ ਗੱਤਕਾ ਨਹੀਂ ਸਿੱਖ ਸਕਦੇ, ਤੁਸੀਂ ਘੋੜੇ ਤੇ ਬੈਠਣ ਲਾਇਕ ਹੀ ਨਹੀਂ ਹੋ, ਬੜਾ ਛੋਟਾ ਕੱਦ ਹੈ। ਕਹਿੰਦੇ ਫਤਿਹ ਸਿੰਘ ਨੇ ਉਸ ਦਿਨ 3-4 ਦੁਮਾਲੇ ਸਜਾ ਲਏ ਸਨ, ਉੱਚੇ ਤੋਂ ਉੱਚਾ, ਦੁਮਾਲੇ ਤੇ ਦੁਮਾਲਾ, ਦੁਮਾਲੇ ਤੇ ਦੁਮਾਲਾ। ਜਦੋਂ ਕੱਦ ਜ਼ੋਰਾਵਰ ਸਿੰਘ ਜਿੰਨਾ ਹੋ ਗਿਆ, ਦੌੜ ਕੇ ਆਉਂਦੇ ਨੇ, ਮਾਨ ਸਿੰਘ ਜੀ ਹੁਣ ਤੇ ਮੇਰਾ ਕੱਦ ਠੀਕ ਹੈ, ਹੁਣ ਤੇ ਫੌਜ ਵਿੱਚ ਸ਼ਾਮਿਲ ਕਰ ਲੋਗੇ ਕਿ ਨਹੀਂ? ਹੱਸਦੇ ਹਨ ਮਾਨ ਸਿੰਘ। ਅਟਾਰੀ ਤੋਂ ਕਲਗੀਧਰ ਦੇਖ ਰਹੇ ਨੇ, ਬੁਲਾ ਲੈਂਦੇ ਹਨ ਕਿ ਮਾਨ ਸਿੰਘ ਕੀ ਕਹਿੰਦੇ ਹੋ? ਗੁਰੂ ਸਾਹਿਬ ਮੈਂ ਕਹਿੰਦਾ ਫੌਜ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਮਾਨ ਸਿੰਘ ਅੱਜ ਤੋਂ ਬਾਅਦ ਮੇਰੀ ਇੱਕ ਨਵੀਂ ਫੌਜ ਬਣਾ ਲਓ, ਲਾਡਲੀ ਫੌਜ। ਤੇ ਲਾਡਲੀ ਫੌਜ ਅਸੀਂ ਕਿਹਨਾਂ ਨੂੰ ਕਹਿੰਦੇ ਆ? ਨਿਹੰਗ ਸਿੰਘਾਂ ਨੂੰ। ਇਹ ਮੇਰੀ ਲਾਡਲੀ ਫੌਜ ਹੈ, ਕਰ ਲਓ ਸ਼ਾਮਿਲ। ਇਹ ਲਾਡਲੀ ਫੌਜ ਹੈ ਜਿਨ੍ਹਾਂ ਨੂੰ ਅਸੀਂ ਨਿਹੰਗ ਸਿੰਘ ਕਹਿ ਰਹੇ ਹਾਂ। ਇਹ ਨਿਹੰਗ ਸਿੰਘਾਂ ਦੀ ਪ੍ਰਥਾ ਸਾਹਿਬਜ਼ਾਦਾ ਫਤਿਹ ਸਿੰਘ ਤੋਂ ਸ਼ੁਰੂ ਹੋਈ ਹੈ।
ਇਹ ਮੇਰੀ ਲਾਡਲੀ ਫੌਜ ਹੈ ਜਿਨ੍ਹਾਂ ਨੂੰ ਨਿਹੰਗ ਸਿੰਘ ਕਹਿ ਰਹੇ ਹਾਂ। ਨਿਹੰਗ ਦਾ ਮਤਲਬ ਹੁੰਦਾ ਮਗਰਮੱਛ। ਸੁੱਚਾਨੰਦ ਵਜ਼ੀਰ ਖਾਨ ਸੱਪ ਦੇ ਵਾਰ ਤੋਂ ਇੱਕ ਵਾਰ ਬਚ ਜਾਏਗਾ, ਮਗਰਮੱਛ ਦੀ ਪਕੜ ਤੋਂ ਕਿਵੇਂ ਬਚੇਗਾ? ਖਾ ਜਾਵਾਂਗੇ ਤੈਨੂੰ। ਇਤਨੀ ਬੇਇੱਜ਼ਤੀ ਭਰੇ ਦੀਵਾਨ ਵਿੱਚ ਸੁੱਚਾਨੰਦ ਨੂੰ ਨਹੀਂ ਬਰਦਾਸ਼ਤ ਹੋਈ। ਕੱਲ ਤੇ ਸਿਰਫ ਬੈਂਤਾਂ ਨਾਲ ਮਾਰਿਆ ਸੀ, ਅੱਜ ਹੱਥ ਵਿੱਚ ਪੁਲੀਤੇ ਫੋੜ ਦਿੱਤੇ ਜਾਂਦੇ ਨੇ। ਪਟਾਕੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਬੰਬ ਹੱਥ ਵਿੱਚ ਪਕੜਾ ਕੇ ਫੋੜ ਦਿੱਤੇ ਜਾਂਦੇ ਨੇ ਉਹਨਾਂ ਦੇ। ਸਾਰਾ ਮਾਸ ਫਟ ਜਾਂਦਾ ਹੈ। ਉਮਰ ਕੀ ਹੈ? 7 ਸਾਲ ਤੇ 9 ਸਾਲ। 2nd ਕਲਾਸ ਦਾ ਬੱਚਾ ਤੇ 4ਥੀ ਕਲਾਸ ਦਾ ਬੱਚਾ। ਇੱਕ ਵਾਰ ਨਜ਼ਰ ਮਾਰਨਾ ਕਿਸ ਤਰ੍ਹਾਂ ਦੇ ਦਿਖਦੇ ਆ। ਅੱਜ ਉਹਨਾਂ ਨੂੰ ਪਿੱਪਲ ਨਾਲ ਬੰਨ੍ਹ ਕੇ ਤੇ ਗੁਲੇਲੇ ਵੀ ਮਾਰੇ ਜਾਂਦੇ ਹਨ। ਗੁਲੇਲ ਵਿੱਚ ਪੱਥਰ ਦੀ ਥਾਂ ਲੋਹੇ ਦੇ ਗੋਲੇ ਰੱਖੇ ਜਾਂਦੇ ਹਨ ਇਹਨਾਂ ਨੂੰ ਮਾਰਨ ਲਈ। ਖਿੱਚ ਕੇ ਤੰਦਾਂ ਜਦੋਂ ਗੁਲੇਲਾਂ ਸਾਹਿਬਜ਼ਾਦਿਆਂ ਨੂੰ ਵੱਜਦੀਆਂ, ਜਿੱਥੇ ਗੁਲੇਲਾ ਵੱਜਦਾ ਉਹ ਤਨ ਦੇ ਅੰਦਰ ਹੀ ਧੱਸ ਜਾਂਦਾ ਹੈ, ਵਾਪਿਸ ਬਾਹਰ ਹੀ ਨਹੀਂ ਆਉਂਦਾ। ਉਮਰ ਕੀ ਹੈ? 7 ਸਾਲ ਤੇ 9 ਸਾਲ। ਫਿਰ ਝਾਤ ਮਾਰ ਲਈ ਆਪਣੇ ਘਰਾਂ 'ਚ ਕਿਸ ਤਰ੍ਹਾਂ ਦੇ ਬੱਚੇ ਦਿਖਦੇ ਹਨ। ਇੱਕ ਚੰਡ ਹੀ ਕੋਈ ਮਾਰ ਦੇਵੇ ਨਾ, ਮਾਂ ਨੂੰ ਪੁੱਛਣਾ ਕਿਸ ਤਰ੍ਹਾਂ ਖੂਨ ਖੋਲਦਾ ਹੈ। ਇਹ ਦਾਦੀ 2 ਸਾਲ ਦੇ ਫਤਿਹ ਸਿੰਘ ਨੂੰ ਪਾਲਦੀ ਆ ਰਹੀ ਹੈ ਕਿਉਂਕਿ ਮਾਂ ਚਲਾਣਾ ਕਰ ਗਈ ਸੀ ਮਾਤਾ ਜੀਤੋ ਜੀ। ਇੱਕ ਗੁਲੇਲਾ ਇੰਨਾ ਜ਼ੋਰ ਦਾ ਮਾਰਦੇ ਹਨ ਕਿ ਸਾਹਿਬਜ਼ਾਦਾ ਫਤਿਹ ਸਿੰਘ ਦੀ ਸੱਜੀ ਅੱਖ ਵਿੱਚ ਵੱਜਦਾ ਹੈ ਔਰ ਅੱਖ ਹੀ ਬਾਹਰ ਆ ਜਾਂਦੀ ਹੈ। ਸਾਹਿਬਜ਼ਾਦਾ ਫਤਿਹ ਸਿੰਘ, ਉਮਰ 7 ਸਾਲ। ਖੂਨੋ ਖੂਨ ਅੱਖ, ਹੱਥ ਖੋਲ ਦਿੱਤੇ ਜਾਂਦੇ ਨੇ ਕਿ ਹੁਣ ਡਰ ਗਏ ਹੋਣਗੇ, ਹੁਣ ਕਬੂਲ ਲੈਣਗੇ। ਅੱਖ ਦੇ ਉੱਪਰ ਰੱਖਦੇ ਨੇ ਹੱਥ, ਜਿਵੇਂ ਅਸੀਂ ਵੀ ਮਸਲਾਂਗੇ, ਕੋਈ ਰਿੜਕ ਹੀ ਪੈ ਜਾਏ, ਖੂਨ ਹੀ ਖੂਨ ਚੋ ਰਿਹਾ ਹੈ। ਹੱਥ ਉੱਪਰ ਹੈ ਵਜ਼ੀਰ ਖਾਨ ਦੇ ਕੋਲ। ਸੁੱਚਾਨੰਦ ਘਸੀਟ ਕੇ ਫਤਿਹ ਸਿੰਘ ਨੂੰ ਲੈ ਜਾਂਦਾ ਹੈ। ਹੁਣ ਤੇ ਕਬੂਲਦਾ ਹੈ ਨਾ ਇਸਲਾਮ? ਤੇ ਅੱਖ ਦੇ ਉੱਪਰ ਹੱਥ ਹੈ ਤੇ ਸਿਰ ਮਾਰ ਦਿੰਦੇ ਨਹੀਂ। ਫਲ ਹੈ ਦਾਦੇ ਦੀ ਗੋਦ, ਰੇਜ਼ਾ ਰੇਜ਼ਾ ਵੀ ਕਰਦੇ ਨਹੀਂ ਕਬੂਲਦੇ, ਜੋ ਮਰਜ਼ੀ ਕਰ ਲੈ। ਸੁੱਚਾਨੰਦ ਹੁਣ ਪੈਂਤਰਾ ਚੱਲਦਾ, ਕਾਜ਼ੀ ਨੂੰ ਕਹਿੰਦਾ ਫਤਵਾ ਜਾਰੀ ਕਰੋ। ਕਹਿੰਦਾ ਬੱਚਿਆਂ ਤੇ ਫਤਵੇ ਜਾਰੀ ਨਹੀਂ ਹੋ ਸਕਦੇ। ਕਹਿੰਦਾ ਬਾਗੀਆਂ ਤੇ ਕਾਫਰਾਂ ਤੇ ਹੋ ਸਕਦੇ ਨੇ। ਕਹਿੰਦਾ ਹੋ ਸਕਦੇ ਨੇ। ਕਹਿੰਦਾ ਫਿਰ ਇਹਨਾਂ ਨੂੰ ਹੁਣੇ ਬਾਗੀ ਬਣਾ ਦਿੰਦਾ। ਕਹਿੰਦਾ ਸਾਹਿਬਜ਼ਾਦਿਓ ਤੁਹਾਨੂੰ ਛੋੜ ਦਿੰਦੇ ਆ, ਕੀ ਕਰੋਗੇ? ਕਹਿੰਦੇ ਛੋੜ ਦੋਗੇ ਤੇ ਫੌਜ ਇਕੱਠੀ ਕਰਾਂਗੇ, ਗੁਰੂ ਪਿਤਾ ਕੋਲ ਜਾਵਾਂਗੇ। ਇਸ ਵਜ਼ੀਰ ਖਾਨ ਦਾ, ਸੁੱਚਾਨੰਦ ਤੇਰਾ, ਦਿੱਲੀ ਦੇ ਤਖਤ ਤੇ ਬੈਠੇ ਔਰੰਗਜ਼ੇਬ ਦਾ ਸਿਰ ਲਾ ਦੇਵਾਂਗੇ। ਸਾਰੇ ਦੀਵਾਨ 'ਚ ਆਵਾਜ਼ ਆਉਂਦੀ ਹੈ ਬਾਗੀ ਬਾਗੀ ਕਾਫਰ। ਸੁੱਚਾਨੰਦ ਕਾਜ਼ੀ ਨੂੰ ਇਸ਼ਾਰਾ ਕਰਦਾ ਹੈ ਨਾ ਬਾਗੀ ਕਿ ਨਹੀਂ? ਚਾੜ ਫਤਵਾ। ਫਤਵਾ ਨਿਕਲਦਾ ਨੀਹਾਂ ਵਿੱਚ ਚਿਣ ਦੋ। 12 ਪੋਹ ਦੀ ਰਾਤ ਮਾਂ ਕੋਲ ਜਾਂਦੇ ਹਨ। ਮਾਂ ਮੇਰੀ ਅੱਖ ਵੀ ਕੱਢ ਦਿੱਤੀ। ਬੱਚੇ ਸਿਰ ਧੜ ਤੋਂ ਅਲੱਗ ਤੇ ਨਹੀਂ ਕੀਤਾ ਨਾ? ਨਹੀਂ ਮਾਂ ਤੇ ਕੁਛ ਵੀ ਨਹੀਂ ਕੀਤਾ। ਫਲ ਪਤਾ ਕੀ ਹੈ? ਮਾਂ ਦਾਦਾ ਜੀ ਦੀ ਗੋਦ। ਹਾਂ ਫਿਰ ਕੋਈ ਨਹੀਂ, ਫਿਰ ਭਾਵੇਂ ਦੋਨੋਂ ਵੀ ਕੱਢ ਦਿੰਦੇ ਤਾਂ ਵੀ ਖੈਰ ਸੀ। 13 ਪੋਹ ਦੀ ਰਾਤ, 12 ਪੋਹ ਦੀ ਰਾਤ ਵਾਹਿਗੁਰੂ, ਮਾਂ ਸਿੱਖੀ ਸਿਦਕ ਦੀਆਂ ਸਾਰੀਆਂ ਸਾਖੀਆਂ ਕਿਵੇਂ ਗੁਰੂ ਅਰਜਨ ਦੇਵ ਜੀ ਤਵੇ ਤੇ ਬੈਠ ਕੇ ਕਹਿ ਰਹੇ ਹਨ, ਬੱਚੇ ਤੇਰਾ ਕੀਆ ਮੀਠਾ ਲਾਗੈ। ਕਿਵੇਂ ਤਵੇ ਤੇ ਬੈਠ ਕੇ ਵੀ ਮੰਗ ਰਹੇ ਹਨ, ਹਰ ਨਾਮ ਪਦਾਰਥ ਨਾਨਕ ਮੰਗੈ। ਬੱਚੇ ਨਾਮ ਦੀ ਦਾਤ ਮੰਗਦੇ ਜਾਣਾ, ਪਾਠ ਕਰਨਾ ਨਾ ਭੁੱਲਣਾ। ਅਸੀਂ ਦੇਖੀਏ ਰਾਤੀ ਬੱਚਿਆਂ ਨੂੰ ਕੀ ਸੁਣਾ ਰਹੇ ਹਾਂ, YouTube ਤੇ ਕੋਈ ਵੀਡੀਓ ਲਗਾ ਦਿੱਤੀ, ਕੋਈ ਮੂਵੀ ਲਗਾ ਦਿੱਤੀ, ਜਾਂ ਫਾਲਤੂ ਦੀਆਂ ਗੱਲਾਂ ਕਰਕੇ ਸੁਣਾ ਰਹੇ ਹਾਂ। ਇਹ ਬੱਚੇ ਸਾਹਿਬਜ਼ਾਦੇ ਨਹੀਂ ਬਣ ਸਕਦੇ, ਨਹੀਂ ਬਣ ਸਕਦੇ। ਇਹ ਬੱਚਿਆਂ ਨੂੰ ਤੇ ਟੌਫੀ ਦੇ ਕੇ ਕੋਈ ਅਗਵਾ ਕਰ ਸਕਦਾ ਹੈ, ਉਹਨਾਂ ਦਾ ਸਿਰ ਉਤਾਰ ਕੇ ਵੀ ਕੋਈ ਅਗਵਾ ਨਾ ਕਰ ਸਕਿਆ, ਪੁਲੀਤੇ ਫਾੜ ਕੇ ਵੀ ਅਗਵਾ ਨਾ ਕਰ ਸਕਿਆ, ਬੈਂਤਾਂ ਨਾਲ ਮਾਰ ਕੇ ਅੱਖ ਕੱਢ ਕੇ ਵੀ ਕੋਈ ਕੁਛ ਨਾ ਵਿਗਾੜ ਸਕਿਆ। 13 ਪੋਹ ਦੀ ਸਵੇਰ ਕਚਹਿਰੀ ਲੱਗਦੀ ਹੈ, ਨੀਹਾਂ ਉਸਰਨੀਆਂ ਸ਼ੁਰੂ ਹੁੰਦੀਆਂ। ਵਜ਼ੀਰ ਖਾਨ ਕਹਿ ਦਿੰਦਾ ਤੁਹਾਡਾ ਖੁਰਾ ਖੋਜ ਮਿਟਾ ਦਾਂਗੇ। ਸਾਹਿਬਜ਼ਾਦੇ ਕਹਿ ਦਿੰਦੇ ਨੇ ਸੱਚ ਦਾ ਕੁਛ ਨਹੀਂ ਵਿਗਾੜ ਸਕਦਾ, सच को मिटाओगे तो मिटोगे जहान से, डरता नहीं अकाल किसी शहनशाह की शान से, उपदेश अपना फिर से सुन लो ज़रा तुम दिल के कान से, हम कह रहे हैं ये तुम्हें खुदा की ज़बान से, सुन ले। हम जाने दे के औरों की जानें बचा चले, सिक्खी की नींव है हम सरों पे उठा चले, गुरियाई का है किस्सा हम जहाँ में बना चले, सिंघों की सल्तनत का है पौधा लगा चले। तो नहीं कुछ कर सकेगा। नीहां लगनियां शुरू होंदियां, गोडे तक इट्टां आंदियां, गोडे बाहर हुंदे हैं।
ਚੱਪਣੀਆਂ ਗੋਡਿਆਂ ਦੀਆਂ ਬਾਹਰ ਹੁੰਦੀਆਂ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇੱਟ ਕੱਟਣੀ ਸ਼ੁਰੂ ਕਰਦਾ ਹੈ। ਵਜ਼ੀਰ ਖਾਨ ਕਹਿੰਦਾ ਕੀ ਕਹਿ ਰਿਹਾ ਹੈ, ਕੀ ਕਰ ਰਿਹਾ ਹੈ? ਉਹ ਕਹਿੰਦਾ ਇੱਟ ਕੱਟ ਰਿਹਾ ਜੀ, ਗੋਡੇ ਉੱਪਰ ਆ ਨਹੀਂ ਰਹੀ। ਕਹਿੰਦਾ ਇੱਟ ਬੜੀ ਮਹਿੰਗੀ ਹੈ, ਇੱਟ ਨਾ ਕੱਟ ਗੋਡੇ ਕੱਟ ਦੇ, ਗੋਡੇ ਲਾ ਦੇ। ਕਲਗੀਧਰ ਦੇ 7 ਤੇ 9 ਸਾਲ ਦੇ ਮਾਸੂਮਾਂ ਦੇ ਲਾਲਾਂ ਦੇ ਗੋਡੇ ਇੱਟਾਂ ਤੋਂ ਵੀ ਸਸਤੇ ਹੋ ਗਏ ਅੱਜ। ਵਜ਼ੀਰ ਖਾਨ ਤੇਰੀ ਇਹ ਗੱਲ ਸਾਨੂੰ ਬੜੀ ਅੱਛੀ ਲੱਗੀ, ਸਾਹਿਬਜ਼ਾਦਾ ਫਤਿਹ ਸਿੰਘ ਕਹਿ ਰਹੇ ਨੇ। ਕਿਉਂ ਅੱਛੀ ਲੱਗੀ? ਵਜ਼ੀਰ ਖਾਨ ਇਹ ਨੀਂਹ ਵਿੱਚ ਕੋਈ ਟੁੱਟੀ ਇੱਟ, ਕੱਚੀ ਪਿੱਲੀ ਇੱਟ ਨਹੀਂ ਲੱਗਣੀ ਚਾਹੀਦੀ। ਕਿਉਂ? ਕਹਿੰਦੇ ਇਹ ਨੀਹਾਂ ਮਜ਼ਬੂਤ ਹੋਣਗੀਆਂ ਤਾਂ ਹੀ ਸਿੱਖੀ ਦੇ ਮਹਿਲ ਮਜ਼ਬੂਤ ਖੜੇ ਹੋਣਗੇ। ਹੱਸਦਾ ਸੀ ਵਜ਼ੀਰ ਖਾਨ, ਇੱਥੇ ਕੋਈ ਮਹਿਲ ਖੜੇ ਹੋ ਜਾਣਗੇ? ਵਜ਼ੀਰ ਖਾਨ ਤੇਰੇ ਦਰ ਤੇ ਕਿਸੇ ਕੁੱਤੇ ਨੇ ਵੀ ਬਾਤ ਨਹੀਂ ਪੁੱਛਣੀ, ਸਾਡੇ ਦਰ ਤੇ ਅਰਬਾਂ ਦੇ ਦਰਿਆ ਲੱਗਣਗੇ। ਦੇਖੋ ਫਤਿਹਗੜ੍ਹ ਸਾਹਿਬ ਜਾ ਕੇ ਮੱਥਾ ਟੇਕਣ ਲਈ ਵੀ 7-7 8-8 ਘੰਟੇ ਦੀ ਲਾਈਨਾਂ ਲੱਗੀਆਂ। ਉਹ ਨੀਹਾਂ ਦੇ ਦੀਦਾਰਾਂ ਲਈ 7 ਸਮੁੰਦਰਾਂ ਪਾਰ ਤੋਂ ਵੀ ਲੋਕੀ ਆ ਰਹੇ ਨੇ। ਪਰ ਮੁਆਫ ਕਰਨਾ, 25 ਦਸੰਬਰ ਨੂੰ ਸਾਨੂੰ ਮੈਰੀ ਕ੍ਰਿਸਮਸ ਤੇ ਯਾਦ ਰਹਿ ਜਾਂਦਾ ਹੈ। ਆਪਣੇ ਛੋਟੇ ਛੋਟੇ ਲਾਲਾਂ ਦੀ ਸ਼ਹਾਦਤ ਭੁੱਲ ਜਾਂਦੇ ਆ। 7 ਸਮੁੰਦਰ ਪਾਰ ਕੋਈ ਇਸ਼ਟ ਪੈਦਾ ਹੋਇਆ ਹੈ, ਉਸ ਦੀ ਖੁਸ਼ੀ ਸਾਨੂੰ ਬਹੁਤ ਚੜੀ ਹੈ। ਆਪਣੇ ਘਰ 4 ਭਰਾਵਾਂ ਦੀ ਮੌਤ ਹੋ ਗਈ ਹੈ, ਉਸ ਦੇ ਵਿਰਾਗ ਤੋਂ ਅਸੀਂ ਉੱਪਰ ਉੱਠ ਚੁੱਕੇ ਹਾਂ। ਮੈਰੀ ਕ੍ਰਿਸਮਸ। ਸ਼ਰਮ ਆਣੀ ਚਾਹੀਦੀ ਹੈ ਸਾਨੂੰ। ਕਿਸੇ ਧਰਮ ਦੇ ਖਿਲਾਫ ਨਹੀਂ ਅਸੀਂ, ਪਰ ਤੁਸੀਂ ਸੋਚੋ ਘਰ ਵਿੱਚ ਮੌਤ ਹੋ ਗਈ ਹੋਵੇ 7 ਸਾਲ ਦੇ ਮੇਰੇ ਭਰਾ ਦੀ, ਤੇ ਮੈਂ ਕਿਸੇ ਦਾ ਜਨਮ ਦਿਨ ਮਨਾ ਲਵਾਂਗਾ? ਕਦੀ ਵੀ ਨਹੀਂ। ਪਰ ਅਸੀਂ, ਉਹ ਮਾਵਾਂ ਵੀ ਉਹ ਨਾ ਰਹੀਆਂ, ਤੇ ਜੇ ਮਾਵਾਂ ਨਾ ਰਹੀਆਂ ਤੇ ਸਾਹਿਬਜ਼ਾਦੇ ਕਿੱਥੇ ਹੋਣੇ ਸੀ? ਸਾਹਿਬਜ਼ਾਦੇ ਕਹਿ ਦਿੰਦੇ ਹਨ ਕਿ ਜੇ ਤੂੰ ਕਹਿ ਰਿਹਾ ਇਸਲਾਮ ਕਬੂਲ ਲੋ, ਤੇ ਕੀ ਇਸਲਾਮ ਕਬੂਲ ਕਰਕੇ ਅਸੀਂ ਨਹੀਂ ਮਰਾਂਗੇ? ਮਰਨਾ ਤੇ ਤਾਂ ਵੀ ਹੈ, ਚਾਹੇ 100 ਸਾਲ ਦੇ ਹੋ ਕੇ मरिए। 100 साल और जी के भी मरना ज़रूर था, सर अपना कौम से बचा लेना ये हमें गैरत से दूर था। तो मैं देखना एक अदीब कमाल लिखता है, कहता है 100 बरस का जीना भी बेकार का जीना है, 2 बरस जिया होता कुछ करके जिया होता। पर असी खाली गल्लां करके हुले लंगर छक के ते टुर जाना है घरां नूं। अदीब लिखता है जिनके दिन मनाते हो उनके रिशादात भी समझो। रिशादात मतलब उन्हां दा हुक्म, उन्हां दी कमाई, उन्हां दी करनी भी ते समझो। जिनके दिन मनाते हो उनके रिशादात भी समझो, जिनकी बात करते हो उनकी बात भी समझो। सो अज वो शहादत असी गुरुद्वारे छोड़ के नहीं जानी, 1 हफ्ते तक सीमित नहीं रखनी, कंध उसारी जाती है। असी शहादत घर तक लैके जानी है, पूरे साल मनाते रहना है। किवें मनाना है वो असी हुणे देखांगे। कंध साहिबजादा फतेह सिंह दे सिर तक, जोरावर सिंह दी छाती तक पहुँचती है। जोरावर सिंह दी अखां विच अथरू हुंदे हैं। रोक दो, शायद डोल गया है वजीर खान दे बोल। देखिया मौत कितनी भयानक है, उतार दईए इट्टां, हुणे भी इलाज करा देंगे। भुलेखे विच है वजीर खान। तुहाडे बाप नूं असीं मार दिता है, तुहाडी दादी भी इस्लाम कबूल कर चुकी है, डरा रहे हैं। तुहाडे भरा भी मार दिते हैं, तुसीं भी मन जाओ नहीं तो मारे जाओगे। खिड़खिड़ा के हस पैंदे कहंदे साडे बाप नूं मार दिता है, तू केवल वो सैनापति साडे सामने खड़ा कर दे, असीं हुणे ईन मनदे हां तेरी, हुणे तेरी गल मन जांगे। केवल सैनापति वो सामने खड़ा कर दे जिसने साडे बाप नूं मारिया है। झूठ बोलण लई यकीन करना, कोई सैनापति अगे ही ना आया, केवल झूठ बोलना सी कि मैं गुरु गोबिंद सिंह नूं मार दिता है, इतना जिगरा ही ना पिया। कहंदे नाम सुन के जिन्हां दा तुहाडी लत्तां कंबदियां है, उन्हां नूं तुसीं मार दिता है। भला हवा नूं भी कोई तीर कमाना नाल मार सकता है? वो तो पवन है। भला रोशनी नूं भी कोई चादर नाल ढक सकता है? वो तो सूरज है। नमो सूरज सूरजे, नमो चंद्र चंद्रे, नमो राज राजे, नमो इंद्र इंद्रे। सूरजां दा महा सूरज है। दादी डोल गई कहंदे हो? दादे दा केवल सिर आया, कोई जेल विच किसी नूं फांसी हो जाए ना, उसका परिवार फांसी ते नहीं रोक सकता। सरकार नूं गुजारिश करता है इसका शरीर जो असीं अंतिम क्रिया ते करिए, चेते रख मेरे दादे दा ते पूरा शरीर भी नहीं सी आया, केवल सिर आया सी। जे दादी उदों ना डोली
ਹੁਣ ਡੋਲ ਜਾਏਗੀ। ਭੁਲੇਖੇ ਵਿੱਚ ਹੈ ਵਜ਼ੀਰ ਖਾਨ, ਕੰਮ ਜਾਰੀ ਰੱਖ। ਤੇ ਜੁਝਾਰ ਸਿੰਘ ਤੁਸੀਂ ਰੋਏ, ਵਾਹਿਗੁਰੂ ਜ਼ੋਰਾਵਰ ਸਿੰਘ ਤੁਸੀਂ ਰੋਏ ਕਿਉਂ ਹੋ? ਮੈਂ ਇਸ ਕਰਕੇ ਰੋਇਆ, ਸੰਸਾਰ ਵਿੱਚ ਪਹਿਲੇ ਮੈਂ ਆਇਆ ਸੀ, ਜਾਂਦੀ ਵਾਰ ਫਤਿਹ ਸਿੰਘ ਪਹਿਲੇ ਦਾਦੇ ਕੋਲ ਜਾ ਰਿਹਾ ਹੈ, ਮੈਂ ਚਾਹੁੰਦਾ ਸੀ ਪਹਿਲੇ ਮੈਂ ਜਾਵਾਂ। 3 ਵਾਰ ਦੀਵਾਰਾਂ ਗਿਰਦੀਆਂ, ਜਪਜੀ ਸਾਹਿਬ ਦਾ ਪਾਠ ਜਾਰੀ ਹੈ। ਨੀਹਾਂ ਵਿੱਚ ਚਿਣਦੇ ਹੋਏ, ਬੈਂਤ ਖਾ ਕੇ, ਪੁਲੀਤੇ ਆਪਣੇ ਹੱਥਾਂ ਵਿੱਚ, ਹੱਥਾਂ ਦਾ ਮਾਸ ਰੇਜ਼ਾ ਕਰਵਾ ਕੇ, ਗੁਲੇਲੇ ਖਾ ਕੇ, ਅੱਖ ਵੀ ਬਾਹਰ ਕਢਵਾ ਕੇ ਜਪਜੀ ਸਾਹਿਬ ਨਹੀਂ ਭੁੱਲਿਆ। ਕੀਮਤੀ ਗਦੇਲਿਆਂ ਵਿੱਚ ਬੈਠ ਕੇ, ਕੀਮਤੀ ਘਰਾਂ ਵਿੱਚ ਰਹਿ ਕੇ, ਚੰਗੀ ਕੋਠੀਆਂ ਵਿੱਚ ਰਹਿ ਕੇ ਸਾਨੂੰ ਜਪਜੀ ਸਾਹਿਬ ਯਾਦ ਹੀ ਕੋਈ ਨਹੀਂ। ਉਸ ਉਂਗਲ ਦੇ ਅੱਗੇ ਮੈਂ ਬੈਠਾ ਜਿਹੜੀ ਕਹਿ ਰਹੇ ਨੇ, ਇਨ ਪੁੱਤਰਨ ਕੇ ਸੀਸ ਪਰ। ਜੇ ਅਸੀਂ ਬਾਣੀ ਨਾਲ ਨਹੀਂ ਜੁੜੇ, ਮੁਆਫ ਕਰਨਾ ਸਾਹਿਬਜ਼ਾਦਿਆਂ ਨੂੰ ਭਰਾ ਕਹਿਲਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ। 3 ਵਾਰ ਦੀਵਾਰ ਗਿਰਦੀ ਹੈ। ਜਦੋਂ ਹੁਣੇ ਵੀ ਸਵਾਸ ਚੱਲ ਰਹੇ ਹਨ ਤੇ ਵਜ਼ੀਰ ਖਾਨ ਕਹਿੰਦਾ ਇਹਨਾਂ ਕੋਹ ਕੇ ਮਾਰ ਦਿਓ, ਜਿਵੇਂ ਮੁਰਗੇ ਨੂੰ ਹਲਾਲ ਕਰਦੇ ਹਨ, ਇਹਨਾਂ ਦੀ ਸਾਰ ਅਗ ਤੋੜ ਦਿਓ। ਸਾਰ ਕੱਟ ਦਿੱਤੀ ਜਾਂਦੀ ਹੈ, ਆਹਿਸਤੇ ਆਹਿਸਤੇ ਕੋਹਿਆ ਜਾਂਦਾ ਕਿ ਜ਼ਿਆਦਾ ਤੜਪਣ। ਸਾਹਿਬਜ਼ਾਦਾ ਜੁਝਾਰ ਸਿੰਘ 2.5 ਮਿੰਟ ਤੱਕ ਤੜਪਦੇ ਰਹਿੰਦੇ ਹਨ ਕੋਹਣ ਤੋਂ ਬਾਅਦ। 2.5 ਮਿੰਟ ਕਹਿਣੇ ਸੌਖੇ ਨੇ, ਇੱਕ ਵਾਰ ਬੈਠ ਕੇ ਘੜੀ ਨੂੰ ਦੇਖਿਓ 2.5 ਮਿੰਟ ਕਿੰਨੇ ਹੁੰਦੇ ਨੇ। ਤੜਫਦੇ ਰਹਿੰਦੇ ਨੇ ਤੇ ਪ੍ਰਾਣ ਨਿਕਲ ਜਾਂਦੇ ਹਨ। ਸਾਹਿਬਜ਼ਾਦਾ ਫਤਿਹ ਸਿੰਘ ਦੁੰਨਾ ਸਿੰਘ ਹੰਡੂਰੀਆ ਲਿਖਦਾ ਹੈ ਕਿ 12.5 ਮਿੰਟ ਉਹ ਤੜਫਦੇ ਰਹੇ, ਉਮਰ ਕੇਵਲ 7 ਸਾਲ। ਤੇ ਮੈਨੂੰ ਲੱਗਦਾ ਜੁਝਾਰ ਸਿੰਘ ਦੀ ਇੱਛਾ ਪੂਰੀ ਹੋ ਰਹੀ ਸੀ ਕਿ ਪਹਿਲੇ ਆਇਆ ਮੈਂ ਹਾਂ ਤੇ ਜਾਵਾਂ ਵੀ ਮੈਂ ਪਹਿਲੇ ਚਲੇ ਗਏ। 12 ਮਿੰਟ ਤੱਕ ਫਤਿਹ ਸਿੰਘ ਤੜਫਦੇ ਰਹੇ, ਪੈਰ ਮਾਰਦੇ ਰਹੇ। ਉਸ ਤੋਂ ਬਾਅਦ ਪ੍ਰਾਣ ਨਿਕਲੇ। ਮਾਤਾ ਜੀ ਦੇ ਪ੍ਰਾਣ ਨਿਕਲ ਗਏ। ਸ਼ਰੀਰਾਂ ਨੂੰ ਚੁੱਕ ਕੇ ਜੰਗਲ ਵਿੱਚ ਸੁੱਟਵਾ ਦਿੱਤਾ ਗਿਆ ਕਿ ਸ਼ੇਰ ਖਾ ਜਾਣਗੇ। ਟੋਡਰਮਲ ਨੇ 250 ਕਰੋੜ ਦੀ ਜਗ੍ਹਾ ਵੀ ਖਰੀਦ ਲਈ। 3 ਗਜ਼ ਜਗ੍ਹਾ ਖਰੀਦੀ ਗਈ। ਲੱਭਦਾ ਸ਼ਰੀਰ ਤੇ ਮਿਲਦਾ ਹੀ ਕੋਈ ਨਹੀਂ। ਹੱਸਦਾ ਵਜ਼ੀਰ ਖਾਨ, ਸ਼ਰੀਰ ਤੇ ਖਾ ਗਏ ਸ਼ੇਰ, ਆਦਮਖੋਰ ਸ਼ੇਰ ਸਨ। ਟੋਡਰਮਲ ਮਾਰਦਾ ਹੱਥ, ਉਸ ਜੰਗਲ ਤੋਂ ਤੇ ਕਦੀ ਕੋਈ ਜਿੰਦਾ ਵਾਪਸ ਨਹੀਂ ਆਇਆ। ਸਾਹਿਬਜ਼ਾਦੇ ਕਿੱਥੋਂ ਲਿਆਂਗਾ? ਜਾਂਦਾ ਸੈਨਾ ਨੂੰ ਲੈ ਕੇ, ਸ਼ੇਰਾਂ ਦਾ ਇਕੱਠ ਜਿੱਥੇ ਦੇਖਦਾ ਕਹਿੰਦਾ ਯਕੀਨਨ ਉਹਨਾਂ ਦੀ ਲਾਸ਼ਾਂ ਹੀ ਖਾ ਰਹੇ ਹੋਣਗੇ। ਹਾਥੀ ਉੱਪਰ ਚੜ੍ਹ ਕੇ ਦੇਖਦਾ, 3 ਸ਼ਰੀਰਾਂ ਦੇ ਆਲੇ ਦੁਆਲੇ ਸ਼ੇਰ ਇਵੇਂ ਰਾਖੀ ਕਰਦੇ ਹਨ ਕਿ ਕੋਈ ਦੂਸਰਾ ਜਾਨਵਰ ਆ ਕੇ ਇਹਨਾਂ ਦਾ ਸ਼ਰੀਰ ਦੀ ਬੇਅਦਬੀ ਨਾ ਕਰੇ। ਸ਼ੇਰ ਰਾਖੀ ਕਰਨ ਬੈਠੇ। ਲਾਨਤ ਪਾਉਂਦਾ ਵਜ਼ੀਰ ਖਾਨ, ਤੇਰੇ ਵਰਗਾ ਅੰਨਾ ਨਹੀਂ ਮੈਂ ਦੇਖਿਆ। ਜਿਨ੍ਹਾਂ ਦੇ ਸ਼ਰੀਰਾਂ ਦੀ ਸ਼ੇਰਾਂ ਨੂੰ ਵੀ ਸਮਝ ਆ ਗਈ। ਮੈਂ ਸੋਚਦਾ ਗੁਰੂ ਨਾਨਕ ਦੇ ਨਿਕੜੇ ਬਾਲ ਬੈਠੇ ਹਨ। ਗੁਰੂ ਨਾਨਕ ਖੇਤਾਂ ਵਿੱਚ ਆਰਾਮ ਕਰ ਰਹੇ ਨੇ, ਮੱਝਾਂ ਚਰ ਰਹੀਆਂ ਨੇ ਤੇ ਸੱਪ ਆਂਦਾ ਡੰਗ ਮਾਰਨ, ਛਾਂ ਦੇਣ। ਮੈਨੂੰ ਲੱਗਦਾ ਗੁਰੂ ਨਾਨਕ ਹੀ ਅੱਜ ਲੇਟਿਆ ਤੇ ਅੱਜ ਸ਼ੇਰ ਰਾਖੀ ਤੇ ਖੜੇ। ਵਜ਼ੀਰ ਖਾਨ, ਤੇਰੇ ਵਰਗਾ ਅੰਨਾ ਮੈਂ ਨਹੀਂ ਦੇਖਿਆ, ਜਿਨ੍ਹਾਂ ਦੀ ਸ਼ੇਰਾਂ ਨੂੰ ਵੀ ਸਮਝ ਹੈ। ਤੂੰ ਤੇ ਇਨਸਾਨ ਬਣਾਇਆ ਸੀ। ਖੈਰ, ਸੰਸਕਾਰ ਕੀਤਾ ਜਾਂਦਾ ਹੈ ਜੋਤੀ ਸਰੂਪ ਗੁਰਦੁਆਰਾ। ਜਿਸ ਸਿੱਖ ਨੇ 2-3 ਦਿਨ ਦੁੱਧ ਪਿਲਾਉਣ ਦੀ ਸੇਵਾ ਭਾਈ ਮੋਤੀ ਰਾਮ ਮਹਿਰਾ ਨੇ ਕੀਤੀ ਹੁੰਦੀ ਹੈ, ਉਸ ਸਿੱਖ ਦੇ ਪੂਰੇ ਪਰਿਵਾਰ ਨੂੰ ਵਜ਼ੀਰ ਖਾਨ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੰਦਾ ਹੈ। ਜੱਲਾਦ ਹੈ, ਮਹਾ ਜੱਲਾਦ। ਪਰ ਹੈਰਾਨ ਹੋ ਜਾਣਗੇ ਜਦੋਂ ਬਾਅਦ ਚੋਂ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਸੋਧਾ ਲਾਇਆ ਹੈ ਤੇ ਉਸ ਦੀ ਬੇਗਮ ਨੂੰ ਜਦੋਂ ਪਕੜਦੇ ਨੇ, ਉਸ ਦੀ ਬੇਗਮ ਦੇ ਕੋਲ ਬੱਚੇ ਵੀ ਹੁੰਦੇ ਨੇ। ਸੋਚਦੀ ਹੈ ਗਏ ਮੇਰੇ ਬੱਚੇ ਅੱਜ ਜਿਵੇਂ ਸਾਹਿਬਜ਼ਾਦੇ ਗਏ ਸੀ। ਤੇ ਬੰਦਾ ਸਿੰਘ ਬਹਾਦਰ ਕਹਿੰਦੇ ਹਨ, ਇਹ ਸਿੱਖੀ ਦਾ ਬਿਰਧ ਹੈ, ਸਾਨੂੰ ਗੁਰੂ ਪਾਸੋਂ ਹੁਕਮ ਨਹੀਂ ਕਿਸੇ ਬਜ਼ੁਰਗ, ਔਰਤ ਜਾਂ ਬੱਚੇ ਤੇ ਹੱਥ ਚੁੱਕਣਾ। ਮਾਤਾ ਜੀ, ਵਜ਼ੀਰ ਖਾਨ ਦੀ ਵੋਟੀ ਨੂੰ ਕਹਿ ਰਹੇ ਨੇ ਬੰਦਾ ਸਿੰਘ, ਮਾਤਾ ਜੀ ਤੁਸੀਂ ਦੱਸੋ ਤੁਸੀਂ ਕਿੱਥੇ ਸੇਫ ਮਹਿਸੂਸ ਕਰਦੇ ਹੋ, ਅਸੀਂ ਤੁਹਾਨੂੰ ਉੱਥੇ ਪਹੁੰਚਾ ਆਵਾਂਗੇ। ਇਹ ਸਿੱਖੀ ਦਾ ਬਿਰਧ ਹੈ ਕਿ ਔਗੁਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ ਔਗੁਣ ਕੋ ਨਾ ਚਿਤਾਰੇ। ਸ਼ਹਾਦਤਾਂ ਹੁੰਦੀਆਂ। ਕਲਗੀਧਰ ਪਾਤਸ਼ਾਹ ਨੂੰ ਦੀਨੇ ਕਾਂਗੜ ਨੂਰਾ ਮਾਹੀ ਦੱਸਦਾ ਕਿ ਤੁਹਾਡੇ 2 ਲਾਲ ਸਨ, ਉਹ ਵੀ ਸ਼ਹੀਦ ਹੋ ਗਏ ਹਨ। ਗੁਰੂ ਸਾਹਿਬ ਕਹਿੰਦੇ ਨੇ, ਸ਼ੁਕਰ ਹੈ ਖੁਦਾ ਦਾ ਕਿ ਪਰਾਈ ਅਮਾਨਤ ਅਦਾ ਹੋਈ। ਪਰ ਤੀਰ ਨਾਲ ਕਾਈ ਦਾ ਬੂਟਾ ਪੜਦੇ ਨੇ। ਕਹਿੰਦੇ ਨੇ ਜ਼ਾਲਮ ਦੀ ਅੱਜ ਜ਼ੁਲਮ ਦੀ ਅੱਤ ਹੋ ਚੁੱਕੀ ਹੈ। ਇਹ ਮੁਗਲਾਂ ਦੇ ਦਿਨ ਹੁਣ ਉਂਗਲਾਂ ਤੇ ਗਿਣੇ ਜਾ ਸਕਦੇ ਹਨ।
दो सिपा सलार गुरु साहब ਨੂੰ ਮਿਲਣ ਆਉਂਦੇ ਨੇ ਔਰੰਗਜ਼ੇਬ ਦੇ। ਗੁਰੂ ਸਾਹਿਬ ਔਰੰਗਜ਼ੇਬ ਨੇ ਕਿਹਾ ਹੈ ਕਿ ਤੁਸੀਂ ਜਿੱਥੇ ਦਿਖੋ ਉੱਥੇ ਮਾਰ ਦਿੱਤੇ ਜਾਓ, ਤੁਹਾਨੂੰ ਮਾਰਨ ਆਏ ਆ। ਸ਼ਮਸ਼ੀਰ ਕੱਢ ਲੈਂਦੇ ਨੇ, ਕਰ ਲੈਂਦੇ ਆ ਜੰਗ। ਗੁਰੂ ਸਾਹਿਬ ਮੰਨ ਜਾਓ ਨਾ ਕਿ ਹਾਰ ਗਏ ਹੋ। ਕਹਿੰਦੇ ਹਾਰ ਜਾਣਾ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ। ਜਦੋਂ ਤੱਕ ਮੇਰੇ ਸਵਾਸ ਚੱਲਦੇ ਨਹੀਂ ਮੰਨ ਸਕਦਾ, ਤੁਸੀਂ ਦੋ ਦੋ ਹੱਥ ਕਰਨੇ ਕਰ ਲਓ ਪਿਆ। ਗੁਰੂ ਸਾਹਿਬ ਤੁਹਾਡੇ ਕੋਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਹਾਰ ਦੀ ਨਿਸ਼ਾਨੀਆਂ ਮੌਜੂਦ ਨੇ। ਜ਼ਫਰਨਾਮੇ ਵਿੱਚ ਗੁਰੂ ਸਾਹਿਬ ਲਿਖ ਦਿੰਦੇ ਨੇ ਮੰਨਿਆ ਕੁਛ ਨਹੀਂ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਪਰ ਮੇਰੇ ਕੋਲ ਹੁਣੇ ਵੀ ਕੁਝ ਹੈ ਜਿਹੜਾ ਮੈਨੂੰ ਹਾਰ ਮੰਨਣ ਨਹੀਂ ਦੇ ਰਿਹਾ। ਕੀ? ਖੁਦਾਵੰਦ ਬਖਸ਼ਣ ਦਈ ਹੈ ਅਰਸ਼। ਉਹ ਅਰਸ਼ਾਂ ਵਿੱਚ ਬੈਠਿਆ ਖੁਦਾ ਮੇਰੇ ਹਿਰਦੇ ਵਿੱਚ ਹੁਣੇ ਵੀ ਬੈਠਿਆ ਹੈ। ਮੇਰੀ ਹਾਰ ਖੁਦਾ ਦੀ ਹਾਰ ਹੋਵੇਗੀ। ਮੈਂ ਨਹੀਂ ਮੰਨਦਾ ਹਾਰ। ਕੋਈ ਘਰ ਵਿੱਚ ਛੋਟਾ ਜਿਹਾ ਹੀ ਦੁੱਖ ਆ ਜਾਵੇ ਨਾ, ਰੱਬ ਨੂੰ 100 ਉਲਾਂਬੇ ਅਸੀਂ ਦਿੰਦੇ ਹਾਂ। ਮੈਂ ਤੇਰੇ ਕਿਹੜੇ ਮਾਂ ਪੱਟੇ ਸੀ, ਮੈਨੂੰ ਹੀ ਦੁੱਖ ਦੇਣਾ ਸੀ। ਰੱਬ ਦੀ ਤੇ ਮੇਰੇ ਨਾਲ ਜ਼ਾਤੀ ਦੁਸ਼ਮਣੀ ਹੈ। ਨਹੀਂ ਜਾਂਦੇ ਗੁਰਦੁਆਰੇ, ਪਾਠ ਕਰਨਾ ਛੱਡਦੇ ਹਾਂ, ਸ਼ਰਧਾ ਟੁੱਟ ਜਾਂਦੀ ਹੈ। 4 ਲਾਲ ਗਵਾ ਕੇ ਵੀ ਉਹ ਕੀ ਕਹਿ ਰਹੇ ਨੇ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ। ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ। ਖੁਦਾ ਨੂੰ ਮਿੱਤਰ ਕਹਿ ਰਹੇ ਨੇ। ਹੁਣੇ ਵੀ 4 ਲਾਲ ਚਲੇ ਗਏ ਨੇ। ਫਿਰ ਉਂਗਲੀ ਕਰਦੇ ਨੇ। ਮਾਤਾ ਸੁੰਦਰ ਕੌਰ ਪੁੱਛਦੇ ਨੇ ਕਿੱਥੇ ਮੇਰਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਫਤਿਹ ਸਿੰਘ ਕਿੱਥੇ ਨੇ? ਗੁਰੂ ਸਾਹਿਬ ਕਹਿੰਦੇ ਨੇ ਸਾਰੇ ਹੀ ਤੇ ਬੈਠੇ ਨੇ, ਤੁਹਾਨੂੰ ਨਹੀਂ ਦਿਖਦੇ? ਇਨ ਪੁੱਤਰਨ ਕੇ ਸੀਸ ਪਰ वार दिए सतचार, 4 मुँहे तो क्या हुआ, जीवत कई हजार। फिर देखिए गल जिधरों शुरू की सी उत्थे ही समाप्ति करा कि उस उंगल दे अगे मैं आ सकिया। गुरपुरब मनाए कदों सफले होणगे, ये पल्ले बन के अज लैके जाइए। मैं कित्ते वजों प्रोफैशन वजों साइंस का टीचर हाँ, तो जो बच्चों को पढ़ा रहा होंदा तो बच्चों को पूछ लैंदा बच्चे किवें सैलीब्रेट करना है गुरपुरब? सर गुरुद्वारे जाएंगे, लंगर छकांगे तो आ जाएंगे। मैं क्या वाह वाह, माँ प्या ने सिखाया ये है तो असी इस तरह मना रहे हैं गुरपुरब। ना वो मावां पैदा हो सकियां जिहड़ी गुजर कौर होरां दी तरह सिक्खी सिदक भर सके, तो जे वो मावां नहीं तो मुआफ़ करना ऐसे साहिबजादे भी पैदा असी नहीं कर सकांगे। फिर मैं उन्होंने 5 मिनट का टाइम टेबल दिता है, केवल 5 मिनट का। अज मैं ऑप्शन तुहाडी झोली विच रख के जा रहा। इन्हां ऑप्शन विचों कोई भी एक चुक लियो तो घर तक लै जाओ, गुरपुरब मनाए सफल हो जाएंगे। की ऑप्शन ने? मैं बच्चों को ऑप्शन दिता है, मैं क्या बच्चे कॉपी के उपर लिख लेना साहिबजादा जोरावर सिंह, साहिबजादा फतेह सिंह मेरे निक्के लालां दी याद विच अपने जीवन के रोज़ के 5 मिनट मैं उन्होंने कदमां ते अर्पण करदा। केवल 5 मिनट रोज़ दे 24 घंटिया विचों असीं 5 मिनट रोज़ अर्पण करते हैं। सर 5 मिनट विच करना की है? मैं क्या बैठ के वाहिगुरू सिमरन कर लो, जपजी साहब दी 5 पौड़ियाँ पढ़ लो, कोई एक शब्द पढ़ लो, किसी एक पंक्ति दी विचार कर लो। जे कुछ भी नहीं आ रहे तो वाहिगुरू तो सारिਆਂ ਨੂੰ ही आंदा करना। आओ असी भी करके देखिए तो 5 मिनट बन के लै जाइए। रोज़ घट तो घट मैं 5 मिनट टिक के अलार्म लगा के फोन साइड ते रख के ते की करांगा? वाहेगुरु 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 अपने जीवन विचों रोज़ दे घट तो घट 5 मिनट साहिबजादियां दे नाम लगा दईए। श्वास श्वास सिमरन तक पहुँचना है। उठत बैठत सोवत ध्याई है, मार्ग चलत हरे हर गाई है।
ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਿਮਰੋ ਸਿਮਰ ਸਿਮਰ ਸੁਖ ਪਾਵੋਂ, ਕਲ ਕਲੇਸ਼ ਤਨ ਮਾਹੇ। 24 ਘੰਟਿਆਂ ਵਿੱਚੋਂ 24 ਘੰਟੇ ਨਾਮ ਜਪਣਾ ਹੈ। 5 ਮਿੰਟਾਂ ਸ਼ੁਰੂ ਕਰ ਲਈਏ, 5 ਮਿੰਟ ਤੋਂ। ਹਰ ਗੁਰਪੁਰਬ 'ਤੇ ਜਦੋਂ ਕਿਸੇ ਗੁਰੂ ਦੀ, ਗੁਰਸਿੱਖ ਦੀ, ਗੁਰੂ ਦੇ ਲਾਲ ਦੀ ਜ਼ਿਆਦਾ ਯਾਦ ਆਵੇ, 5 ਮਿੰਟ ਹੋਰ ਵਧਾ ਦਈਏ, ਅੱਜ ਤੋਂ 10 ਮਿੰਟ ਕਰਦੇ ਕਰਦੇ ਮੈਨੂੰ ਲੱਗਦਾ ਹੈ ਸਮਾਂ ਆ ਜਾਵੇਗਾ, ਨੀਹਾਂ ਵਿੱਚ ਵੀ ਖਲੋਵਾਂਗੇ, ਜਪਜੀ ਸਾਹਿਬ ਨਹੀਂ ਵਿਸਰੇਗਾ। ਆਰੇ ਨਾਲ ਫਾੜ ਵੀ ਦੇਣਗੇ ਜੱਲਾਦ। ਅੱਧਾ ਸਰੀਰ ਪੰਚ ਪ੍ਰਵਾਨ, ਪੰਚ ਪ੍ਰਧਾਨ ਬੋਲ ਰਿਹਾ ਹੈ, ਅੱਧਾ ਸਰੀਰ ਪੰਚੇ ਪਾਵੈਂ ਦਰਗਹਿ ਮਾਨ ਬੋਲ ਰਿਹਾ ਹੈ। ਅੱਧਾ ਸਰੀਰ ਅਸੰਖ ਦੀ ਪੌੜੀ ਪੜ੍ਹਦਾ ਹੈ, ਦੂਸਰਾ ਸਰੀਰ ਦੂਸਰੀਆਂ ਪੰਕਤੀਆਂ ਪੜ੍ਹਦਾ ਹੈ। ਜਦੋਂ ਤੱਕ ਜਪਜੀ ਸਾਹਿਬ ਦਾ ਭੋਗ ਨਹੀਂ ਪੈਂਦਾ, ਮਤੀ ਦਾਸ ਦੇ ਸਵਾਸ ਨਹੀਂ ਨਿਕਲਦੇ। ਮੈਨੂੰ ਲੱਗਦਾ ਜਿਸ ਕੰਮ ਲਈ ਆਏ ਹਾਂ, ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਤੇ ਕਰਨਾ ਕੀ ਹੈ ਸੋ ਦੇਹੀ ਭਜ ਹਰ ਕੀ ਸੇਵ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਕਹਿ ਕਬੀਰ ਜੀਤ ਕਹਿ ਹਾਰ, ਬਹੁ ਵਿਦ ਕਯੋ ਪੁਕਾਰ। ਪੁਕਾਰ ਕੀ ਕਯੋ ਕਿ ਭਜੋ ਗੋਬਿੰਦ, ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾ। ਇਹੀ ਲਾਹਾ ਹੈ ਮਾਨਸ ਜਨਮ ਦਾ। ਗੁਰਪੁਰਬ ਮਨਾਏ ਤਾਂ ਹੀ ਸਫਲ ਹੋਣਗੇ ਜੇ ਅਸੀਂ ਸਿਮਰਨ ਨਾਲ, ਗੁਰੂ ਨਾਲ, ਗੁਰੂ ਦੀ ਵਿਚਾਰ ਨਾਲ ਜੁੜਾਂਗੇ। ਇਹ ਇੱਕ ਆਪਸ਼ਨ ਮੈਂ ਤੁਹਾਡੇ ਅੱਗੇ ਰੱਖਿਆ, 2-4 ਆਪਸ਼ਨ ਰੱਖ ਜਾਵਾਂ, ਸਮਾਪਤੀ ਕਰੀਏ। ਅਸੀਂ ਗੁਰੂ ਦੀ ਵਿਚਾਰ ਪੜ੍ਹ ਕੇ, ਸਾਬਤ ਸੂਰਤ ਦਸਤਾਰ ਸਿਰਾ ਪੜ੍ਹ ਕੇ ਦਸਤਾਰਾਂ ਨਾਲ ਜੁੜ ਸਕਦੇ ਹਾਂ। ਵਾਅਦਾ ਕਰ ਸਕਦੇ ਹਾਂ ਗੁਰੂ ਸਾਹਿਬ ਟੋਪੀ ਨਹੀਂ ਪਾਵਾਂਗੇ। ਅਸੀਂ ਵਿਚਾਰ ਨਾਲ ਜੁੜ ਸਕਦੇ ਹਾਂ ਕਿ ਗੁਰੂ ਸਾਹਿਬ ਕਿਸੇ ਦਾ ਹੱਕ ਨਹੀਂ ਮਾਰਾਂਗੇ। ਅਸੀਂ ਵਿਚਾਰ ਨਾਲ ਜੁੜ ਸਕਦੇ ਹਾਂ ਗੁਰੂ ਸਾਹਿਬ ਅਸੀਂ ਗੁਰਦੁਆਰੇ ਦੇ ਅੰਦਰ ਬੈਠ ਕੇ ਚੁੰਨੀਆਂ ਨਾਲ ਸਿਰ ਢੱਕ ਲਿਆ, ਮੈਂ ਬਾਹਰ ਵੀ ਕਦੀ ਸਿਰ ਨੰਗਾ ਨਹੀਂ ਕਰਾਂਗੀ। ਵਿਚਾਰਾਂ ਨਾਲ ਜੁੜ ਸਕਦੇ ਹਾਂ। ਕੇਸ ਗੁਰੂ ਕੀ ਮੋਹਰ ਨੇ, ਗੁਰੂ ਸਾਹਿਬ ਮੈਂ ਕੇਸਾਂ ਤੋਂ ਪਤਿਤ ਨਹੀਂ ਹੋਵਾਂਗੀ, ਕੇਸ ਨਹੀਂ ਕਟਾਂਗਾ, ਕੇਸ ਨਹੀਂ ਪੁੱਟਾਂਗਾ, ਨਹੀਂ ਤੋੜਾਂਗਾ, ਨਾ ਹੀ ਸਾੜਾਂਗਾ ਤੇ ਨਾ ਹੀ ਰੰਗਾਂਗਾ ਵੀ। ਡਾਈਆਂ ਛੋੜ ਦਿਆਂਗਾ, ਗੁਰੂ ਸਾਹਿਬ ਤੇਰਾ ਹੁਕਮ ਮੰਨ ਲਵਾਂਗਾ। ਅਸੀਂ ਗੁਰੂ ਦੀ ਵਿਚਾਰ ਨਾਲ ਜੁੜ ਸਕਦੇ